ਸਾਰੀ ਦੁਨੀਆ ਨੂੰ ਕਹਿੰਨੀ ਵੀ ਇਸ ਪਰਿਵਾਰ ਤੋਂ ਬਚ ਕੇ ਰਹੋ ਜੀ। ਇਸ ਕੁੜੀ ਦਾ ਚੰਗੀ ਤਰ੍ਹਾਂ ਚਿਹਰਾ ਵੇਖ ਲਓ, ਕੋਈ ਇਹਦੇ ਨੇੜੇ ਵੀ ਨਾ ਖੜਿਓ ਜੀ। ਇਹ ਜਿੱਥੇ ਮਰਜ਼ੀ ਆਪਣੇ ਆਪ ਨੂੰ ਨੰਗੀ ਕਰ ਲੈਂਦੀ ਹੈ। मतलब मैं अंदर किया होया, मतलब सारा थोड़ा अंदर गया सी मेरे ਸਾਰਾ ਕੁਛ ते मैं वॉशरूम किया ते अंदर पता किवें निकलिया और जिवें फटिया होया दुध हुंदा ना। मैं बहुत ज़्यादा बर्दाश्त किया। एक दिन तो मैं अनकॉन्शियस हो गया सीगा घरे ते मेरी मम्मी ने चपेड़ा मार मार के मैंने उठाया। ਇਹਨੂੰ ਆਪਣੀ ਔਕਾਤ ਯਾਦ ਦਿਲਾਣੀ ਹੈ ਸ਼ਾਮੀ ਤੇ ਇਹਦੇ ਪਾਸਾ ਮਾਰ ਕੇ ਸੋ ਜਾਣਾ ਸਾਡੇ ਤੇ। ਚਾਹ ਬਣਾਣੀ ਤੇ ਮੈਨੂੰ ਚੰਗੀ ਮੋਟੀ ਪੱਤੀ ਚਾਹ ਬਣਾ ਕੇ ਤੇ ਮੈਂ ਪੀਣੀ ਤੇ ਅਸੀਂ ਸੋਚਦੇ ਹੀ ਪਤਾ ਨਹੀਂ ਖਰੀ ਇਹਦੀ ਆਦਤ ਹੀ ਇਦਾਂ ਦੀ ਤੇ ਸਾਨੂੰ ਕੀ ਪਤਾ ਇਹ ਫੀਮ ਖਾਂਦੀ ਹੈ। ਅਫੀਮ ਦੀ ਗੋਲੀ ਬਣਾ ਰਿਹਾ ਮੈਂ ਹੁਣ ਆ ਰਿਹਾ। अच्छा चाह भी ले आयो नाल पा के। ਹੁਣ ਤੁਸੀਂ ਵੀ ਹੁਣ ਕਿਸੇ ਨੂੰ ਕੀ ਕਹੋਗੇ ਮੇਰੀ ਨੂੰ ਫੀਮ ਜ਼ਿਆਦਾ ਖਾਂਦੀ ਹੈ? ਜਿਸ ਤਰ੍ਹਾਂ ਉਹਦਾ ਮਾਮਾ ਉਹਨੂੰ ਸਿਖਾਉਂਦਾ ਸੀਗਾ, ਜਿਸ ਤਰ੍ਹਾਂ ਉਹਦੇ ਮਾਪਿਓ ਉਹਨੂੰ ਸਿਖਾਉਂਦੇ ਸੀ, ਉਹੀ ਚੀਜ਼ ਉਹ ਮੇਰੇ ਨਾਲ ਕਰਦੀ ਸੀਗੀ। ਕੋਈ ਮਾਂ-ਬਾਪ ਕਿਸੇ ਬੱਚੇ ਦਾ ਰਿਸ਼ਤਾ ਕਰੇ ਤੇ ਪਹਿਲਾਂ ਸਾਰੀਆਂ ਗੱਲਾਂ ਵੇਖ ਕੇ ਤੇ ਫੇਰ ਕਰੇ, ਮੇਰੇ ਵਾਂਗਨ ਧੋਖਾ ਨਾ ਖਾਵੇ ਕੋਈ, ਜਿਵੇਂ ਮੈਂ ਧੋਖਾ ਖਾ ਲਿਆ। ਤੁਹਾਨੂੰ ਅੱਜ ਇੱਕ ਅਜਿਹੀ ਖਬਰ ਦਿਖਾਵਾਂਗੇ ਤੇ ਕੁਝ ਆਡੀਓ ਕਲਿੱਪਸ ਵੀ ਸੁਣਵਾਵਾਂਗੇ ਜੋ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਇੱਕ ਮੂੰਹ ਬੋਲਿਆ ਮਾਮਾ ਹੀ ਇੱਕ ਕੁੜੀ ਦੇ ਨਾਲ ਮੂੰਹ ਕਾਲਾ ਕਰਵਾਉਂਦਾ ਰਿਹਾ, ਜਾਂ ਇੰਜ ਕਹਿ ਲਓ ਕਿ ਇੱਕ ਭਾਣਜੀ ਹੀ ਆਪਣੇ ਮੂੰਹ ਬੋਲੇ ਮਾਮੇ ਦੇ ਨਾਲ ਖੇ ਖਾਂਦੀ ਰਹੀ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਸਾਡੇ ਨਾਲ ਇੱਕ ਨੌਜਵਾਨ ਮੌਜੂਦ ਨੇ, ਇਹਨਾਂ ਦਾ ਨਾਮ ਹੈ ਜਗਜੀਤ ਸਿੰਘ। ਸਤਨਾਮ ਦਾਊ ਜੀ ਮੌਜੂਦ ਨੇ ਤੇ ਜਗਜੀਤ ਜੀ ਦੇ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਨੇ, ਉਹਨਾਂ ਦੇ ਪਿਤਾ ਜੀ ਵੀ ਇੱਥੇ ਬੈਠੇ ਨੇ। ਇਹ ਮਾਮਲਾ ਜਗਜੀਤ ਜੀ ਦੇ ਨਾਲ ਸਿੱਧੇ ਤੌਰ ਤੇ ਜੁੜਿਆ ਹੈ, ਪਰ ਅੱਗੇ ਵਧਣ ਤੋਂ ਪਹਿਲਾਂ ਕੁਝ ਆਡੀਓ ਕਲਿੱਪਸ ਮੈਂ ਤੁਹਾਨੂੰ ਜ਼ਰੂਰ ਸੁਣਵਾਉਣਾ ਚਾਹਾਂਗਾ ਜੋ ਇਸ ਪੂਰੇ ਮਾਮਲੇ ਦੇ ਵਿੱਚ ਇੱਕ ਅਹਿਮ ਸਬੂਤ ਦੇ ਤੌਰ ਤੇ ਦੇਖੇ ਜਾ ਰਹੇ ਨੇ। ਸਭ ਤੋਂ ਪਹਿਲਾਂ ਇੱਕ ਆਡੀਓ ਕਲਿੱਪ ਜੋ ਭਾਣਜੀ ਦੀ ਮੂੰਹ ਬੋਲੇ ਮਾਮੇ ਦੇ ਨਾਲ ਗੱਲਬਾਤ ਹੈ। ਭਾਣਜੀ ਜੋ ਕਿ ਜਗਜੀਤ ਜੀ ਦੇ ਨਾਲ ਵਿਆਹੀ ਗਈ ਸੀ, ਉਹ ਕੁੜੀ, ਉਹ ਆਪਣੇ ਮੂੰਹ ਬੋਲੇ ਮਾਮੇ ਦੇ ਨਾਲ ਗੱਲਬਾਤ ਕਰ ਰਹੀ ਹੈ ਤੇ ਗੱਲਬਾਤ ਹੋ ਵੀ ਕੀ ਰਹੀ ਹੈ, ਉਹ ਆਪਸ ਗੱਲ ਕਰ ਰਹੇ ਨੇ ਕਿ ਉਹਨਾਂ ਦੋਨਾਂ ਨੇ ਯਾਨੀ ਕਿ ਮਾਮੇ ਨੇ ਤੇ ਮੂੰਹ ਬੋਲੀ ਭਾਣਜੀ ਨੇ ਸਰੀਰਕ ਸੰਬੰਧ ਬਣਾਏ ਤੇ ਕੀ ਕੁਝ ਪਲੈਨਿੰਗ ਕੀਤੀ। ਤੁਸੀਂ ਉਹ ਜ਼ਰੂਰ ਸੁਣੋ। मेरा दिवाली का गिफ्ट ਜਗਦੀਪ ਲੈ ਕੇ ਆ ਰਿਹਾ। रहन दो यार, नाम ना लिया करो। तो मैंने सच्ची कहनी पई मैंने सौन लगे, मैंने इन्नी ज्यादा चिड़ मचदी ना ਇਹਦੇ ਤੋਂ। मेरा पास चले मैंने सौन भी ना दवा कमरे। ਮੈਨੂੰ नहीं पता यार, ਮੈਨੂੰ खुद पता नहीं अजीब ਜਿਹਾ फील ਹੁੰਦਾ है। चिड़ मचदी ਮੈਨੂੰ ਇਹਦੇ ਤੋਂ बहुत ज्यादा। ਕੱਲ ਦੇ ਦਿਨ ਤੈਨੂੰ ਡਰਾਈ ਫਰੂਟ ਦਾ ਡੱਬਾ है ਕੱਲ ਦੇ ਦਿਨ ਤੈਨੂੰ ਡਰਾਈ ਫਰੂਟ ਦਾ ਡੱਬਾ ਦੀਵਾਲੀ ਦਾ। ड्राई फ्रूट नहीं मैं खाने, गर्म होंगे ने। ये वो ले ली मैं कोई गर्म बिस्किट की बोतल। गर्म चीज में कोई नहीं खानी ना पीनी है। अच्छा पी लेना है। काका काका लेना काका। अच्छा पहले काका के नकली चौहे को तैयार करो। हैं काके के नकली चौहे को तैयार कर पहले। कहनी बस हो जे जेड़ा आपा काम किया हुण, बस वो हो जे ते अगले महीने फिर मैंने दसांगी। हम तो लगता हो गया। हाँ बस हो जे। और पता चल मैं हूँ पहुंच गया घर। सुन ते लोग की होया सी जिवें मतलब मैं अंदर किया होया, मतलब सारा थोड़ा अंदर गया सी मेरे। पता किवें पता चलिया? सारा कैसे? सारा अंदर गया। पता किवें पता चलिया? तो अगले दिन मैं सवेरे नहान गई ना ते मैं वॉशरूम किया ते अंदर पता किवें निकलिया और जिवें फटिया होया दुध हुंदा ना, उवें थोड़ा जिहा। अगले दिन वॉशरूम किया सीधा ही बीच किया ही नहीं। नहीं किता सी पर अगले दिन फटिया होया जिवें दुध हुंदा ना, इवें निकलिया। मतलब काम हो गया।
ਮੂੰਹ ਬੋਲੇ ਮਾਮੇ ਤੇ ਭਾਣਜੀ ਦੇ ਦਿਮਾਗ ਦੇ ਵਿੱਚ ਇੱਕ ਛੜਯੰਤਰ ਚੱਲ ਰਿਹਾ ਸੀ ਕਿ ਆਖਰ ਇਹਨਾਂ ਨੂੰ ਯਾਨੀ ਕਿ ਮੁੰਡੇ ਵਾਲਿਆਂ ਨੂੰ ਟਰੈਪ ਕਿਵੇਂ ਕਰਨਾ ਹੈ। ਹੁਣ ਮਾਮੇ ਨੇ ਆਪਣੀ ਮੂੰਹ ਬੋਲੀ ਭਾਣਜੀ ਦੇ ਨਾਲ ਸਰੀਰਕ ਸੰਬੰਧ ਦਾ ਬਣਾਏ, ਹੁਣ ਬੱਚਾ ਵੀ ਹੋਣਾ ਸੀ ਤੇ ਗੱਲਬਾਤ ਹੋ ਰਹੀ ਹੈ ਕਿ ਮੁੰਡੇ ਵਾਲਿਆਂ ਨੂੰ ਸ਼ੱਕ ਪੈ ਜਾਣਾ ਜਦੋਂ ਬੱਚੇ ਦੀ ਸ਼ਕਲ ਮਾਮੇ ਤੇ ਗਈ। ਤੁਸੀਂ ਉਹ ਆਡੀਓ ਵੀ ਜ਼ਰੂਰ ਸੁਣੋ। ਉਹ ਵਧੀਆ ਕਹਿੰਦੀ ਪ੍ਰੈਗਨੈਂਸੀ ਹੋ ਗਈ ਨਾ ਤੈਨੂੰ ਜੇ ਤੇ ਨਾ ਮਤਲਬ ਤੁਹਾਡੇ ਮਤਲਬ ਤੁਹਾਨੂੰ ਕਦੇ ਘੱਟ ਮਤੇ ਮੱਥੇ ਲੱਗੀ ਮਤਲਬ ਤੇ ਜੇ ਉਹਦੇ ਤੇ ਉਹਨਾਂ ਦੇ ਚਲੇ ਗਏ ਨਾ ਤੇ ਇਹਨਾਂ ਨੂੰ ਰੋਲਾ ਪਾ ਦੇਣਾ ਹੈ। ਅੱਛਾ ਹਾਂ ਮੈਂ ਕਿਹਾ ਮੈਂ ਮੇਰੇ ਮੂੰਹ ਚ ਇੱਕਦਮ ਨਿਕਲਿਆ, ਮੈਂ ਕਿਹਾ ਉਹਨਾਂ ਤੇ ਜਾਣਾ ਹੈ। ਇਹਨਾਂ ਨੂੰ ਕੀ ਰੌਲਾ ਪਾਣਾ ਹੈ? ਇਹਨਾਂ ਨੂੰ ਰੋਲਾ ਪਾ ਦੇਣਾ ਕਿ ਉਹਦੇ ਤੇ ਗਿਆ ਸਾਡਾ ਬੱਚਾ ਉਹਦੇ ਤੇ ਕਿੱਦਾਂ ਚਲਾ ਗਿਆ ਹੈ। ਉਹ ਤਾਂ ਭਗਵਾਨ ਹੈ। ਅਗਲੀ ਆਡੀਓ ਦੇ ਵਿੱਚ ਇਹ ਗੱਲ ਸਾਫ਼ ਹੁੰਦੀ ਹੈ ਕਿ ਮਾਮਾ ਵੀ ਤੇ ਮੂੰਹ ਬੋਲੀ ਭਾਣਜੀ ਦੋਵੇਂ ਅਫੀਮ ਵੀ ਖਾਂਦੇ ਸੀ। ਹਾਂਜੀ ਫੋਨ ਤੇ ਚੱਕ ਲਿਆ ਕਰੋ ਡਾਰਲਿੰਗ। ਚੱਕ ਲਿਆ ਦੱਸ ਕੀ ਹੋਇਆ? ਜਾ ਰਹੀ ਆ ਰਿਹਾ ਜਾਸੂਸ ਇਹ 0007 ਜੇਮਸ ਬੌਂਡ ਨਾ ਅਫੀਮ ਦੀ ਗੋਲੀ ਬਣਾ ਰਿਹਾ ਮੈਂ, ਹੁਣ ਆ ਰਿਹਾ। ਅੱਛਾ ਚਾਹ ਵੀ ਲਿਆਇਓ ਨਾਲ ਪਾ ਕੇ। ਚਾਹ ਲਿਆਵਾਂ? ਲਿਆਓ ਲਿਆਣਾ ਲੈ ਕੇ ਆ ਰਿਹਾ। ਦਿਮਾਗ ਖਰਾਬ ਕਰਤਾ ਇਸ ਬੰਦੇ ਨੇ ਮੇਰਾ, ਬਦਤਮੀਜ਼ ਜਿਹਾ। ਇਹ ਸਹੀ ਹੈ, ਤੂੰ ਟੈਨਸ਼ਨ ਨਾ ਲੈ। ਮੈਂ ਤੈਨੂੰ ਜਿਹੜੀ ਗੱਲ ਦੱਸ ਰਿਹਾ ਨਾ, ਜਦ ਤੱਕ ਮੈਂ ਤੇਰੇ ਨਾਲ ਹਾਂ ਨਾ ਤੈਨੂੰ ਕੁਛ ਵੀ ਸੋਚਣ ਦੀ ਲੋੜ ਨਹੀਂ ਹੈ। ਤੂੰ ਬਸ ਇਹ ਸੋਚ ਵੀ ਤੂੰ ਆਪਣਾ ਦਿਨ ਸਾਰਾ ਵਧੀਆ ਗੁਜ਼ਾਰਨਾ ਹੈ, ਸ਼ਾਮੀ ਵਧੀਆ ਤਰ੍ਹਾਂ ਇਹਦੀ ਐਸੀ ਤੈਸੀ ਫੇਰਨੀ ਹੈ, ਇਹਨੂੰ ਆਪਣੀ ਔਕਾਤ ਯਾਦ ਦਿਲਾਣੀ ਹੈ ਸ਼ਾਮੀ, ਠੀਕ ਹੈ। ਔਰ ਫਿਰ ਆਪਣੇ ਕੰਮ ਤੇ ਆ ਜਾਣਾ ਸਵੇਰੇ, ਰਾਤੀ ਇਹਦੇ ਪਾਸਾ ਮਾਰ ਕੇ ਸੋ ਜਾਣਾ ਸਾਡੇ ਤੇ। ਹਾਂ ਇਹੀ ਚੱਲਣ ਦੇ ਫਿਰ, ਇਹਨੂੰ ਵੀ ਪਤਾ ਚੱਲੇ ਨਾ ਫਿਰ। ਹਾਂ ਤਾਂ ਹੀ ਤੇ ਕਹਿੰਦੇ ਕਿ ਵਿਆਹ ਮੈਨੂੰ ਤੇ ਇੰਦਾ ਲੱਗਦਾ ਵਿਆਹ ਹੀ ਨਹੀਂ ਹੋਇਆ ਮੇਰਾ। ਜੇ ਮੁੰਡੇ ਵਾਲਿਆਂ ਨੇ ਚੁਸਤੀ ਨਾ ਵਰਤੀ ਹੁੰਦੀ ਜਾਂ ਕਹਿ ਲਓ ਸਹੀ ਸਮੇਂ ਤੇ ਅਲਰਟ ਨਾ ਹੋਏ ਹੁੰਦੇ ਤਾਂ ਇਹਨਾਂ ਦਾ ਸੋਨਾ ਵੀ ਸਾਰਾ ਚਾਂਦੀ ਬਣ ਜਾਣਾ ਸੀ ਤੇ ਚਾਂਦੀ ਦੇ ਉੱਤੇ ਪਾਣੀ ਚੜ੍ਹਨਾ ਸੀ ਸੋਨੇ ਦਾ, ਯਾਨੀ ਇਹਨਾਂ ਦਾ ਸੋਨਾ ਵੀ ਠੱਗਿਆ ਜਾਣਾ ਸੀ। ਉਹ ਪਲੈਨਿੰਗ ਵੀ ਜ਼ਰੂਰ ਸੁਣੋ। ਗੱਡੀ ਦੀ ਰਜਿਸਟ੍ਰੇਸ਼ਨ ਵੀ ਹੋ ਜਾਏਗੀ, ਤੇਰੇ ਕੋਲ ਵੀ ਆ ਜਾਏਗਾ ਥੋੜਾ ਬਹੁਤ ਪੈਸਾ। ठीक है ना, बेचने ने और क्या मरवाओगे मैंने? क्यों? हाँ वजन भी नहीं देना फिर उन्होंने कहा नकली बना के दे देंगे तेनू। वो ले जाइए वापस, ले सरसों में रख ले वापस। क्योंकि तुसी चलाया ना नकली, मैं नहीं पता। नहीं है क्या घर ना दी मां है ना दा प्यो है ना दी भैन भी नहीं, कोई भी नहीं है। कोई भी नहीं। तुम्हारा तुसी कितनी हो गल की ओही जेडी बनानी सी? हाँ वो तो मैं करा देंगा, तो मैंने देंगी ताई करावांगा मैं। हाँ वो काम करना तुसी, अजे यह गल नहीं करनी बेचन बचाने वाली, इन्होंने मैनू हाथ भी नहीं लान देना पे। अच्छा वो तो मैं कर देंगा। वो तो उन्होंने चाहिए 2-4 रुपए फालतू देने पे, वो मतलब जल्दी बना देगा वो, 1-2 दिन चाहिए चांदी दी ते नाल पानी ऊपर। किन्ने दिन उतरदा पानी? वो जे ना पाओ तो फिर चली जाता वो, जो पाओगे ना फिर पसीना लग के उतर जाता है बाहर, ना पाओ तो नहीं पै जाता। बस फिर ठीक। ऐना ही नहीं, जगजीत तो पहला भी कुछ होर शिकार इन्हां वल्लों बनाए गए ने। एक मुंडे की गल हो रही है भी फलाना मुंडा 10 लाख रुपए देण नूं भी तैयार सी ते मामा कहंदा तू मैनूं पहलां क्यों नहीं दस्सिया। वो भी जरूर सुनो। यार ਵੇਖ ਕਰ ਲੈ ਹੁਣ, ਪਤਾ ਉਦੋਂ ਤੁਸੀਂ ਕਿਹਾ ਨਾ ਮੈਨੂੰ ਸੱਚੀ ਮਤਲਬ ਬੜਾ ਫੀਲ ਹੋਇਆ। ਮੈਂ ਕਿਹਾ ਚੰਗਾ ਤੇ ਹੈਗਾ ਸੀ ਇਸ ਗੱਲ ਨੂੰ, ਚੱਲ ਜੇ ਮੈਂ ਖਵਾ ਵੀ ਦਿੰਦੀ ਉਹਨੂੰ ਨਾ ਤੇ ਉਹਨੇ ਉਹ ਇਹਸਾਨ ਮੰਨਣਾ ਸੀ ਉਹਨੇ। ਸੱਚਾ ਬੰਦਾ ਸੀ ਯਾਰ ਉਹ ਨਾ। ਸਹੀ ਗੱਲ ਹੈ। ਬੇਇਨਸਾਫੀ ਕਰਤੀ ਮੈਂ ਉਹਦੇ ਨਾਲ ਨਾ। ਹਾਂ ਬੇਇਨਸਾਫੀ ਕਰਤੀ ਉਹਦੇ ਨਾਲ। वैसे अमृतसर तो आना बड़ा मुश्किल थी, तरह ये गलती या उन्हें तो रह जाना सी, ਇੱਥੇ ਹੀ ਰਹਿਣਾ ਸੀ ਉਹਨੇ। उन्हें तैयार की रहने दो है ना। ਹਾਂ हाँ ਉਹ ਤੇ ਕਹਿੰਦਾ ਸੀ ਮੈਂ 10 ਲੱਖ ਲੈ ਕੇ ਆ ਜਾਣਾ ਤੇ ਆਪਾਂ ਇੱਥੇ ਥੋੜੇ ਤੁਸੀਂ ਪਾਇਓ ਬਾਕੀ ਤੇ ਆਪਾਂ ਇੱਥੇ ਘਰ ਲੈ ਲਾਂਗੇ। अच्छा ਹਾਂ
ਇਹ ਗੱਲ ਪਹਿਲਾਂ ਨਹੀਂ ਦੱਸੀ, ਤੂੰ ਮੈਨੂੰ ਦੱਸਣਾ ਦੱਸੀ ਸੀ ਯਾਰ, ਦੱਸੀ ਤੇ ਸੀ ਮੈਂ ਤੁਹਾਨੂੰ। ਤੁਹਾਡਾ ਧਿਆਨ ਹੀ ਪਤਾ ਨਹੀਂ ਕਿੱਥੇ ਹੁੰਦਾ। ਭਰਾ ਕੋਲ, ਆਪਣੇ ਭਰਾ ਕੋਲ? ਹਾਂ, ਆਪਣੇ ਭਰਾ ਕੋਲ ਲੈ ਕੇ ਆਣੀ ਸੀ, ਆਪਣੇ ਘਰ ਦੇ ਹਿੱਸੇ ਦੇ। ਅੱਛਾ, ਚਲੋ ਹੁਣ ਤੇ ਇਹਦੇ ਵਿੱਚ ਕੱਢਾਂਗੇ ਜੋ ਕੱਢਣਾ, ਇਹਨੂੰ ਬੱਤੀ ਜਾ। ਹਾਂ, ਹੁਣ ਕੀ ਕਰ ਸਕਦੇ ਹਾਂ। ਹੁਣ ਇਸ ਮੁੰਡੇ ਦੀ ਕਿਸਮਤ ਚੰਗੀ ਸੀ ਤੇ ਇਸ ਦੇ 10 ਲੱਖ ਰੁਪਏ ਵੀ ਬਚ ਗਏ, ਪਰ ਅਗਲਾ ਨੰਬਰ ਲੱਗਿਆ ਜਗਜੀਤ ਸਿੰਘ ਜੀ ਦਾ। ਜਗਜੀਤ ਜੀ ਸਾਡੇ ਨਾਲ ਮੌਜੂਦ ਨੇ। ਜਗਜੀਤ ਜੀ, ਇਹ ਰਿਸ਼ਤਾ ਕਿਹਨੇ ਕਰਵਾਇਆ ਸੀ? ਇਹ ਵਿਚੋਲਿਆਂ ਦੇ ਦੁਆਰਾ ਕਰਾਇਆ ਗਿਆ ਸੀਗਾ ਰਿਸ਼ਤਾ। ਵਿਚੋਲੇ ਤੁਹਾਡੀ ਜਾਣਕਾਰ ਸੀ ਕੋਈ? ਹਾਂਜੀ, ਜਾਣਕਾਰ ਸੀਗੇ। ਤੇ ਕੋਈ ਦੁਸ਼ਮਣੀ ਤਾਂ ਨਹੀਂ ਸੀ ਤੁਹਾਡੇ ਵਿਚੋਲਿਆਂ ਦੇ ਨਾਲ? ਨਹੀਂ ਜੀ ਨਹੀਂ, ਦੁਸ਼ਮਣੀ ਨਹੀਂ ਸੀਗੀ, ਉਹ ਸਾਡੇ ਜਾਣਕਾਰ ਸੀਗੇ। ਉਹਨਾਂ ਨੇ ਪਹਿਲਾਂ ਵੀ ਮੇਰੇ ਬ੍ਰਦਰ ਦਾ ਵਿਆਹ ਕਰਵਾਇਆ ਸੀਗਾ। ਉਹ ਠੀਕ ਠਾਕ ਹੈ ਵਿਆਹ? ਹਾਂਜੀ ਹਾਂਜੀ, ਉਹ ਠੀਕ ਹੈ ਜੀ। ਤੇ ਅੱਛਾ, ਇਹ ਤੁਹਾਨੂੰ ਕੁੜੀ ਬਾਰੇ ਪਤਾ ਕਿਵੇਂ ਲੱਗਿਆ? ਤੁਹਾਡਾ ਵਿਆਹ ਹੋਇਆ ਕਦੋਂ ਸੀ? ਮੇਰਾ 8 ਨਵੰਬਰ ਨੂੰ ਵਿਆਹ ਹੋਇਆ ਜੀ। 8 ਨਵੰਬਰ ਤੋਂ ਬਾਅਦ ਵਿਆਹ ਨੂੰ ਸਾਲ ਹੋ ਗਿਆ ਕਿ ਨਹੀਂ? ਨਹੀਂ ਨਹੀਂ ਜੀ, 1 ਮਹੀਨਾ ਵੀ ਆਲਮੋਸਟ ਹੋਇਆ। 8 ਨਵੰਬਰ 2020? ਹਾਂਜੀ ਹਾਂਜੀ, 1920। ਤੇ ਤੁਹਾਨੂੰ ਇਸ ਕੁੜੀ ਬਾਰੇ ਜਾਂ ਇਸ ਦੇ ਪਰਿਵਾਰ ਬਾਰੇ ਕਦੋਂ ਪਤਾ ਲੱਗਿਆ ਵੀ ਇਹ ਬੰਦੇ ਗਲਤ ਨੇ? ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਜਿੱਦਾਂ ਵਿਆਹ ਵਾਲਾ ਦਿਨ ਸੀਗਾ ਉਸ ਦਿਨ ਥੋੜਾ ਬਹੁਤਾ ਸ਼ੱਕ ਹੋਇਆ, ਬਟ ਰਿਸੈਪਸ਼ਨ ਵਾਲੇ ਦਿਨ ਮੈਨੂੰ ਜ਼ਿਆਦਾ ਕਲੀਅਰ ਹੋ ਗਿਆ, ਔਰ ਵਿਆਹ ਦੀ ਨਾਈਟ ਨੂੰ ਵੀ ਮੈਨੂੰ ਥੋੜਾ ਕਲੀਅਰ ਹੋਇਆ ਤੇ ਥੋੜਾ ਡਾਊਟ ਪਏ, ਬਟ ਰਿਸੈਪਸ਼ਨ ਵਾਲੇ ਦਿਨ ਤਾਂ ਜ਼ਿਆਦਾ ਕਲੀਅਰ ਹੋਇਆ ਕਿਉਂਕਿ ਇਹਨਾਂ ਨੇ ਸਾਡੇ ਜਨਰੇਟਰ ਤੱਕ ਦੇ ਵਿੱਚ ਕੁਝ ਐਕਟੀਵਿਟੀਜ਼ ਕਰਤੀ ਕਿ ਜਨਰੇਟਰ ਸਾਡਾ ਬੰਦ ਹੋ ਗਿਆ, ਔਰ दारू ਪੀ ਕੇ ਉੱਥੇ ਉਹਨਾਂ ਨੇ ਬਹੁਤ ਜ਼ਿਆਦਾ ਹੱਲਾ ਹੁੱਲਾ ਮਚਾਇਆ। ਮੇਰੀ ਜੋ ਜਤਿੰਦਰ ਕੌਰ ਸੀਗੇ ਉਹਨਾਂ ਦੇ ਨਾਲ ਕੋਲ ਆ ਕੇ ਬੈਠਦੇ ਰਹੇ, ਠੀਕ ਹੈ। ਔਰ ਜਤਿੰਦਰ ਕੌਰ ਕੌਣ? ਜਤਿੰਦਰ ਕੌਰ ਜੋ ਮੇਰੀ ਵਾਈਫ ਸੀਗੀ, ਹਾਂਜੀ, ਉਹਨਾਂ ਦੇ ਨਾਲ ਕੋਲ ਆ ਕੇ ਬੈਠਦੇ ਰਹੇ। ਕਿਹਦੇ ਕੋਲ? ਉਹਨਾਂ ਦੇ ਕੋਲ ਆ ਕੇ ਬੈਠਦੇ, ਜਤਿੰਦਰ ਕੌਰ ਮੇਰੀ ਪਤਨੀ ਦੇ ਕੋਲ। ਕਿਹਦੇ ਕੋਲ ਆ ਕੇ ਬੈਠਦੇ ਰਹੇ? ਮੇਰੀ ਪਤਨੀ ਕੋਲ ਆ ਕੇ ਬੈਠਦੇ ਰਹੇ। ਕੌਣ? ਨਰੇਸ਼ ਕੁਮਾਰ। ਨਰੇਸ਼ ਮੂੰਹ ਬੋਲਾ ਜਿਹੜਾ ਮਾਮਾ? ਮਾਮਾ ਜੀ, ਉਹਨਾਂ ਦਾ ਜਿਹੜਾ ਮਾਮਾ ਸੀਗਾ। ਇਹਨਾਂ ਨੇ ਪਲਾਨ ਬਣਾਇਆ ਸੀਗਾ ਕਿ ਹਨੇਰਾ ਕਰਕੇ ਕੁਝ ਐਕਟੀਵਿਟੀ ਕਰਨ ਦਾ ਉਹਦੇ ਵਿੱਚ, ਤੇ ਉਹ ਰੱਬ ਦੀ ਕਿਰਪਾ ਦੇ ਨਾਲ ਕਿ ਉੱਥੇ ਲਾਈਟ ਦੂਜੀ ਚੱਲਦੀ ਰਹੀ ਤਾਂ ਕਿ ਥੋੜਾ ਬਹੁਤਾ ਲਾਈਟ ਸੀਗੀ, ਨਹੀਂ ਤਾਂ ਇਹਨਾਂ ਨੇ ਉਸ ਔਨ ਦੀ ਸਪੋਟ ਵੀ ਕੁਝ ਐਕਟੀਵਿਟੀਜ਼ ਕਰਨੀਆਂ ਸੀਗੀਆਂ। ਔਰ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਉੱਥੇ ਗਾਣੇ ਲਵਾਏ, ਮੇਰਾ ਨਾਮ ਲੈ ਕੇ ਗਾਣੇ ਇਹ ਲਵਾ ਰਿਹਾ ਸੀਗਾ, दारू ਪੀ ਕੇ ਉੱਥੇ ਮਤਲਬ ਗਲਤ ਐਕਟੀਵਿਟੀਜ਼ ਕਰਦਾ ਰਿਹਾ, ਕਦੀ ਕੁਝ ਅਨਾਉਂਸਮੈਂਟ ਕਰ ਰਿਹਾ, ਕਦੀ ਕੁਝ ਅਨਾਉਂਸਮੈਂਟ ਕਰ ਰਿਹਾ, ਜਿਸ ਦੇ ਨਾਲ ਮੇਰੇ ਪੂਰੇ ਫੰਕਸ਼ਨ ਦੇ ਵਿੱਚ ਡਿਸਟਰਬੈਂਸ ਹੋਈ। ਫੰਕਸ਼ਨ ਦੇ ਵਿੱਚ ਡਿਸਟਰਬੈਂਸ ਹੋ ਗਈ, ਉਹ ਤਾਂ ਵੈਸੇ ਵੀ ਬੰਦਾ ਕੋਈ ਜ਼ਿਆਦਾ दारू ਪੀ ਲਵੇ ਤਾਂ ਉਹ ਵੀ ਕਰ ਦਿੰਦਾ ਹੈ, ਪਰ ਤੁਹਾਨੂੰ ਇਹ ਕਦੋਂ ਪਤਾ ਲੱਗਿਆ ਵੀ ਗੱਲ ਇੰਨੀ ਅੱਗੇ ਵਧੀ ਹੋਈ ਹੈ? ਮਤਲਬ ਉਹ ਕੁੜੀ ਜੋ ਇੱਕ ਬੰਦੇ ਨੂੰ ਆਪਣਾ ਮਾਮਾ ਕਹਿੰਦੀ ਹੈ, ਜਾਂ ਤੁਸੀਂ ਇਹ ਵੀ ਕਿਹਾ ਹੈ ਕਿ ਉਹਦੀ ਮਾਂ ਯਾਨੀ ਕਿ ਤੁਹਾਡੀ ਸੱਸ ਜਿਹੜੀ ਹੈ ਉਹ ਕਹਿੰਦੀ ਸੀ ਕਿ ਮੇਰਾ ਭਰਾ ਲੱਗਦਾ ਹੈ, ਕੁੜੀ ਕਹਿੰਦੀ ਸੀ ਮੇਰਾ ਬਾਪੂ ਲੱਗਦਾ ਹੈ, ਤੇ ਮਤਲਬ ਉਹਦਾ ਕਹਾਣੀ ਰਿਸ਼ਤੇ ਪਹਿਲਾਂ ਹੀ ਬੜੇ ਉਲਝੇ ਹੋਏ ਸੀ। ਤੇ ਤੁਹਾਨੂੰ ਪਤਾ ਕਿਵੇਂ ਲੱਗਿਆ ਵੀ ਇਹ ਫੈਮਿਲੀ ਜਿਹੜੀ ਹੈ 420 ਹੈ? ਜਿਸ ਤਰ੍ਹਾਂ ਕਿ ਵਿਆਹ ਤੋਂ ਬਾਅਦ ਘਰੇ ਜਾਂਦੇ ਹੈਗੇ ਆ, ਉਸ ਟਾਈਮ ਜਦ ਮੈਂ ਇਹਨਾਂ ਦੇ ਘਰੇ ਗਿਆ ਤੇ ਇਹਨਾਂ ਦੇ ਮੋਬਾਈਲ ਤੇ ਮੈਸੇਜ ਆਇਆ, ਨਰੇਸ਼ ਕੁਮਾਰ ਦੇ ਮੋਬਾਈਲ ਤੋਂ, ਜਿਹੜਾ ਮਾਮਾ ਇਹਨਾਂ ਦਾ ਲੱਗਦਾ, ਤੇ ਉਹਨਾਂ ਦੇ ਮੈਸੇਜ ਆਇਆ ਕਿ ਆਈ ਲਵ ਯੂ, ਆਈ ਮਿਸਿੰਗ ਯੂ ਸੋ ਮੱਚ, ਲਵ ਦੇ ਹਾਰਟ ਦੇ ਆਈਕਨ ਸੀ, ਉਹ ਮੈਂ ਦੇਖ ਲਏ ਕਿਤੇ। ਤੇ ਜਦੋਂ ਮੈਂ ਦੇਖ ਲਏ ਤਾਂ ਇਹਨਾਂ ਨੇ ਮੇਰੇ ਮੋਬਾਈਲ ਹੱਥ ਤੋਂ ਖੋ ਕੇ ਬਾਹਰ ਨੂੰ ਭੱਜ ਗਏ ਤੇ ਬਾਹਰ ਜਾ ਕੇ ਮੋਬਾਈਲ ਤੋਂ ਮੈਸੇਜ ਡਿਲੀਟ ਕਰਕੇ ਆਏ। ਜਦੋਂ ਮੈਂ ਇਹਨਾਂ ਨੂੰ ਪੁੱਛਿਆ ਤਾਂ ਇਹਨਾਂ ਨੇ ਦੱਸਿਆ ਕਿ ਇਹ ਉਹਨਾਂ ਦੀ ਵਾਈਫ ਨੇ ਸੈਂਡ ਕੀਤੇ ਨੇ, ਉਹਨਾਂ ਤੋਂ ਗਲਤੀ ਨਾਲ ਉਹਨਾਂ ਦੇ ਮੋਬਾਈਲ ਤੋਂ ਸੈਂਡ ਹੋ ਗਏ ਨੇ। ਬਟ ਮੈਂ ਉਸ ਦੇ ਦੌਰਾਨ ਇਹਨਾਂ ਨੂੰ ਗੱਲਬਾਤ ਪੁੱਛੀ ਤਾਂ ਇਹਨਾਂ ਨੇ ਮੇਰੇ ਨਾਲ ਬਹੁਤ ਜ਼ਿਆਦਾ ਝਗੜਾ ਕੀਤਾ। ਉਸੇ ਰਾਤ ਨੂੰ ਘੱਟੋ ਘੱਟ ਇਹਨਾਂ ਨੇ 3-4 ਘੰਟੇ ਮੇਰੇ ਨਾਲ ਝਗੜਾ ਕੀਤਾ। ਤੇ ਫਿਰ ਅਗਲੇ ਦਿਨ ਮੰਮੀ ਹੁਣਾਂ ਨੇ ਆਉਣਾ ਸੀਗਾ, ਜਦੋਂ ਮੰਮੀ ਹੁਣਾਂ ਨੇ ਆਉਣਾ ਸੀ ਤਾਂ ਮੈਂ ਝਗੜੇ ਨੂੰ ਇਗਨੋਰ ਕਰਕੇ ਮੈਂ ਕਿਹਾ ਚਲੋ ਛੱਡੋ, ਕੋਈ ਗੱਲ ਨਹੀਂ, ਜੋ ਗੱਲ। ਮੰਮੀ ਹੁਣੀ ਕੌਣ, ਤੁਹਾਡੇ ਮਾਤਾ ਜੀ ਹੋਣੀ ਜਾਂ ਮਦਰ ਇਨ ਲਾ? ਮੇਰੇ ਮਦਰ ਜੀ, ਮੇਰੇ ਮਦਰ ਫਾਦਰ ਮੈਨੂੰ ਲੈਣ ਵਾਸਤੇ ਆਉਣਾ ਸੀਗਾ ਉਹਨਾਂ ਨੇ, ਤੇ ਇਸ ਕਰਕੇ ਫਿਰ ਮੈਂ ਇਗਨੋਰ। ਤੁਸੀਂ ਕਿੱਥੇ ਗਏ ਹੋਏ ਸੀ? ਉਹਨਾਂ ਦੇ ਘਰ। ਅੱਛਾ, ਤੁਸੀਂ ਆਪਣੇ ਸਹੁਰਿਆਂ ਦੇ ਗਏ ਹੋਏ ਸੀ? ਸਹੁਰਿਆਂ ਦੇ ਘਰ ਗਿਆ ਸੀਗਾ। ਜਦੋਂ ਉਹਨਾਂ ਦੇ ਫਿਰ ਉੱਥੇ ਖਾਤਰ ਚੰਗੀ ਹੋਈ ਹੋਣੀ ਤੁਹਾਡੀ? ਨਹੀਂ, ਖਾਤਰਦਾਰੀ ਤੇ ਜੋ ਉਹਨਾਂ ਦੇ ਪਖੰਡ ਸੀਗੇ ਉਹਨਾਂ ਨੇ ਦਿਖਾਏ ਜੀ ਆਪਣੇ, ਤੇ ਬਟ ਹੁਣ ਕਲੀਅਰ ਹੁੰਦਾ ਹੈ ਕਿ ਵੀ ਜੋ ਸੀ ਉਹਨਾਂ ਨੇ ਮੇਰੇ ਲਈ ਪਿਕਚਰ ਬਣਾਈ ਹੋਈ ਸੀਗੀ, ਤਾਂ ਉਹ ਸਾਰੀ ਕਲੀਅਰ ਹੁਣ ਹੋ ਰਹੀ ਹੈ ਕਿ ਉਹ ਮੇਰੇ ਲਈ ਇੱਕ ਨਾਟਕ ਸੀਗਾ ਜੋ ਵੀ ਉਹ ਮੇਰੇ ਲਈ ਕਰ ਰਹੇ ਸੀਗੇ। ਕੁੜੀ ਲੜਾਈ ਕਰਦੀ ਸੀਗੀ, ਮਾਂ ਉਹਦੀ ਫੁਸਕਰੀਆਂ ਮਾਰ ਕੇ ਮੈਨੂੰ ਮਨਾਉਂਦੀ ਸੀਗੀ ਕਿ ਵੀ ਹਾਂ ਵੀ ਕਿਸੇ ਤਰੀਕੇ ਨਾਲ ਹੱਥੋਂ ਨਾ ਨਿਕਲ ਜਾਏ ਸਾਡੇ। ਮਤਲਬ ਤੁਹਾਨੂੰ ਐਜ਼ ਬੱਕਰਾ ਦੇਖ ਰਹੇ ਸੀ ਉਹ, ਵੀ ਇਹਨੂੰ ਜਿੰਨਾ ਕੁ ਅਸੀਂ ਵੱਢ ਸਕੀਏ ਵੱਢ ਲਈਏ? ਹਾਂਜੀ ਹਾਂਜੀ, ਇਹੀ ਜੋ ਤੁਸੀਂ ਕਹਿ ਰਹੇ ਹੋ ਗੱਲ ਸਹੀ ਹੈ ਕਿ ਉਹ ਮੈਨੂੰ ਬੱਕਰਾ ਸਮਝ ਰਹੇ ਸੀ ਕਿ ਇਹਨਾਂ ਨੂੰ ਵੱਢ ਲਈਏ ਜਿੱਦਾਂ ਵੀ ਕਰਕੇ। ਬਟ ਜਿਸ ਤਰ੍ਹਾਂ ਮੈਨੂੰ ਸਿਗਨਲ ਮਿਲਦੇ ਰਹੇ ਇਹਨਾਂ ਦੇ ਵੱਲੋਂ ਔਰ ਜੋ ਮੈਸੇਜ ਇਹਨਾਂ ਦੇ ਵੱਲੋਂ ਮਿਲੇਗੇ, ਫਿਰ ਉਸ ਦੇ ਦੌਰਾਨ ਮੈਂ ਇਹਨਾਂ ਦੀ ਇਨਵੈਸਟੀਗੇਸ਼ਨ ਕੀਤੀ। ਔਰ ਜਦੋਂ ਮੈਂ ਉੱਥੋਂ ਦੀ ਬਾਹਰ ਘੁੰਮਣ ਲਈ ਗਿਆ, ਉਹਨਾਂ ਦੇ ਪਿੰਡ ਦੇ ਵਿੱਚ ਘੁੰਮ ਰਿਹਾ ਸੀ, ਤਾਂ ਉੱਥੇ ਮੈਨੂੰ ਕਿਸੇ ਨੇ ਦੱਸਿਆ ਕਿ ਇਹਨਾਂ ਦੀ ਪਹਿਲਾਂ ਵੀ ਮੈਰਿਜ ਹੋਈ ਪਈ ਹੈ। ਤੇ ਤੁਹਾਨੂੰ ਮੈਂ ਨਹੀਂ, ਮੈਰਿਜ ਕਿਹਦੀ ਹੋਈ ਹੈ ਪਹਿਲਾਂ? ਕੁੜੀ ਦੀ ਮੈਰਿਜ ਹੋਈ ਪਈ ਪਹਿਲਾਂ। ਉਹਨਾਂ ਦਾ ਆਲਰੇਡੀ ਇੱਕ ਕੇਸ ਚੱਲ ਰਿਹਾ ਹੈ ਨਵਾਰਸੀ ਦੇ ਵਿੱਚ। ਤੁਹਾਨੂੰ ਇਸ ਗੱਲ ਬਾਰੇ ਪਤਾ ਸੀ ਪਹਿਲਾਂ?
ਨਹੀਂ, ਮੈਨੂੰ ਇਸ ਬਾਰੇ ਨਹੀਂ ਪਤਾ ਸੀਗਾ। ਜੇ ਮੈਨੂੰ ਪਤਾ ਹੁੰਦਾ ਇਸ ਬਾਰੇ ਤਾਂ ਮੈਂ ਵਿਆਹ ਕਿਉਂ ਕਰਾਂਦਾ? ਇੱਕ ਵਿਆਹੀ ਹੋਈ ਔਰਤ ਦੇ ਨਾਲ ਕਿਉਂ ਵਿਆਹ ਕਰਾਂਦਾ? ਉਹਦਾ ਕੇਸ ਚੱਲ ਰਿਹਾ ਹਲੇ ਵੀ ਕੁਰੂਕਸ਼ੇਤਰ ਦੇ ਵਿੱਚ, ਉਹਦੀ 18 ਤਾਰੀਖ ਹੈਗੀ ਹੈ। ਆਮ ਤੌਰ ਤੇ ਬੰਦਾ ਜਦੋਂ ਸਹੁਰਿਆਂ ਦੇ ਜਾਂਦਾ ਹੈ ਨਵਾਂ ਵਿਆਹ ਕਰਵਾ ਕੇ ਨਾ, ਉਹਨੂੰ ਕਈ ਸਰਪ੍ਰਾਈਜ਼ ਮਿਲਦੇ ਨੇ। ਸ਼ੌਕ ਮੇਰੇ ਖਿਆਲ ਪਹਿਲੀ ਵਾਰ ਕਿਸੇ ਨੂੰ ਮਿਲਿਆ ਹੋਣਾ। ਤੁਹਾਨੂੰ ਸੁਣ ਕੇ ਕਿਵੇਂ ਲੱਗਿਆ? ਮਤਲਬ ਮੇਰੀ ਜਿਹਦੇ ਨਾਲ ਵਿਆਹ ਹੋਇਆ ਹੈ, ਮੇਰੀ ਵਾਈਫ ਦਾ ਆਲਰੇਡੀ ਕਿਤੇ ਵਿਆਹ ਹੋਇਆ ਹੈ। ਮੇਰਾ ਤਾਂ ਜੀ ਮਰਨ ਨੂੰ ਜੀ ਕਰ ਰਿਹਾ ਸੀਗਾ ਕਿ ਮੇਰੇ ਨਾਲ ਇਸ ਤਰ੍ਹਾਂ ਦੀ ਹੈਪਨਿੰਗ ਹੋ ਗਈ ਹੈ, ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਇਹ ਕੀ ਮੈਂ ਸੁਣ ਰਿਹਾ ਹੈਗਾ। ਤੇ ਮੈਨੂੰ ਪਹਿਲਾਂ ਤਾਂ ਮੈਂ ਯਕੀਨ ਨਹੀਂ ਕੀਤਾ, ਬਟ ਫਿਰ ਉਹਨਾਂ ਨੇ ਤੁਹਾਨੂੰ ਵਿਚੋਲੇ ਤੇ ਗੁੱਸਾ ਨਹੀਂ ਆਇਆ? ਵਿਚੋਲਿਆਂ ਤੇ ਗੁੱਸਾ ਆਇਆ, ਬਟ ਮੈਂ ਵਿਚੋਲਿਆਂ ਨਾਲ ਗੱਲ ਨਹੀਂ ਕੀਤੀ। ਮੈਂ ਪਹਿਲਾਂ ਤਹਿ ਤੇ ਜਾਣ ਦੀ ਸੋਚੀ ਕਿ ਵੀ ਹਾਂ ਵੀ ਕਿਤੇ ਲੋਕੀ ਝੂਠ ਵੀ ਬੋਲ ਸਕਦੇ ਨੇ। ਤੇ ਫਿਰ ਜਦੋਂ ਮੈਂ ਆਪਾਂ ਉਹਨੂੰ ਦੱਸਿਆ ਗਿਆ ਕਿ ਵੀ ਨਵਾਰਸੀ ਰਹਿੰਦੇ, ਤਾਂ ਮੈਂ ਉਹਨਾਂ ਦੇ ਘਰੇ ਗਿਆ, ਮੁੰਡੇ ਵਾਲਿਆਂ ਦੇ ਘਰੇ ਗਿਆ, ਉਹਨਾਂ ਦੀ ਗੱਲਬਾਤ ਕੀਤੀ। ਤਾਂ ਉਹਨਾਂ ਨੇ ਦੱਸਿਆ ਜੀ ਇਹ ਬੰਦੇ ਬਹੁਤ ਖਤਰਨਾਕ ਨੇ, ਇਹਨਾਂ ਦੇ ਸਾਡੇ ਉੱਤੇ 70 ਬੰਦੇ ਪਵਾਏ ਨੇ, ਗੈਂਗ ਹੈ ਪੂਰੀ ਵੱਡੀ, ਮਤਲਬ ਬਹੁਤ ਬੰਦੇ ਲੈ ਕੇ ਸਾਡੇ ਉੱਤੇ ਪਏ ਨੇ। ਔਰ ਸਾਡੇ ਘਰੇ ਤਾਲੇ ਤੋੜ ਛੱਡੇ ਉਹਨੇ, ਕੁੜੀ ਨੇ ਚਾਕੂ ਨਾਲ ਤਾਲੇ ਤੋੜੇ ਉਹਨਾਂ ਦੇ। ਔਰ ਈਵਨ ਰਾਤ ਤੁਹਾਡੀ ਸੋ ਕਾਲ ਘਰ ਵਾਲੀ ਨੇ? ਹਾਂਜੀ ਹਾਂਜੀ ਹਾਂਜੀ। ਔਰ ਇਹਨਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਦਵਾਈਆਂ ਖਵਾਈਆਂ, ਰਾਤ ਨੂੰ ਦਵਾਈਆਂ ਖਵਾ ਕੇ ਗਹਿਣੇ ਗੁਣੇ ਉਹਨਾਂ ਦੇ ਵੀ ਚੋਰੀ ਕੀਤੇ ਇਹਨਾਂ ਨੇ। ਤੇ ਮਤਲਬ ਬਹੁਤ ਸਾਰੀ ਐਕਟੀਵਿਟੀ ਸੀ। ਉਸ ਟਾਈਮ ਦੇ ਦੌਰਾਨ ਵੀ ਇਹ ਕਿਸੇ ਨਾਲ ਰਿਲੇਸ਼ਨ 'ਚ ਸੀਗੇ। ਉਸ ਟਾਈਮ ਦੇ ਦੌਰਾਨ ਜਦੋਂ ਪਹਿਲਾਂ ਵਿਆਹ ਹੋਇਆ ਹੈ, ਉਦੋਂ ਵੀ ਇਹਨਾਂ ਦਾ ਕਿਤੇ ਰਿਲੇਸ਼ਨ ਸੀਗਾ? ਹਾਂਜੀ ਹਾਂਜੀ, ਇਹ ਵੀ ਉਹਨਾਂ ਦੇ ਦੁਆਰਾ ਦੱਸਿਆ ਗਿਆ ਕਿ ਉਸ ਟਾਈਮ ਵੀ ਇਹਨਾਂ ਦਾ ਰਿਲੇਸ਼ਨ ਸੀਗਾ। ਔਰ ਜਿਸ ਦੇ ਕਾਰਨ ਉਸ ਟਾਈਮ ਇਹਨਾਂ ਦੀ ਲੜਾਈ ਹੋਈ ਸੀਗੀ, ਤੇ ਉਹਨਾਂ ਨੇ ਚਾਹਿਆ ਕਿ ਇਹਨਾਂ ਨੂੰ ਘਰੋਂ ਦੀ ਬਾਹਰ ਚਲੇ ਜਾਣ, ਕਿ ਵੀ ਰਿਸ਼ਤਾ ਟੁੱਟ ਜਾਵੇ ਉਹਨਾਂ ਦਾ, ਡਿਵੋਰਸ। ਲੇਕਿਨ ਜਗਜੀਤ ਜੀ, ਇੱਥੇ ਸਵਾਲ ਇਹ ਹੈ ਵੀ ਜਿਹੜੀ ਆਡੀਓ ਕਲਿੱਪਸ ਅਸੀਂ ਦਰਸ਼ਕਾਂ ਨੂੰ ਵੀ ਸੁਣਾਈਆਂ ਨੇ, ਸਭ ਤੋਂ ਪਹਿਲੀ ਸੁਣਾਈ ਹੈ ਜਿੱਤੇ ਵਿੱਚ ਇਹ ਗੱਲ ਹੋ ਰਹੀ ਹੈ ਬਈ ਤੁਹਾਡਾ ਬੱਚਾ ਹੈ, ਤੁਹਾਡੀ ਸ਼ਕਲ ਤੇ ਜਾਏਗਾ। ਮੇਰੀ ਮਾਤਾ ਕਹਿ ਰਹੀ ਸੀ ਜਦੋਂ ਬੱਚਾ ਹੋਇਆ ਜਾਂ ਪਤਾ ਲੱਗਿਆ ਪ੍ਰੈਗਨੈਂਸੀ ਦਾ, ਤਾਂ ਤੂੰ ਆਪਣੇ ਮਾਮੇ ਤੋਂ ਦੂਰੀ ਬਣਾਈ ਤਾਂ ਕਿ ਉਹਨਾਂ ਨੂੰ ਸ਼ੱਕ ਨਾ ਹੋਵੇ ਕਿਤੇ ਬੱਚੇ ਦੀ ਸ਼ਕਲ ਮਾਮੇ ਤੇ ਚਲੀ ਗਈ ਜੇ। ਤੇ ਇਹ ਤੁਹਾਨੂੰ ਗੱਲਾਂ ਕਿਵੇਂ ਪਤਾ ਲੱਗੀਆਂ? ਇਹ ਰਿਕਾਰਡਿੰਗਸ ਕਿਵੇਂ ਆਈਆਂ ਤੁਹਾਡੇ ਕੋਲ? ਇਹ ਇਹਨਾਂ ਦੇ ਮੋਬਾਈਲ ਤੋਂ ਮੈਨੂੰ ਮਿਲੀਆਂ ਰਿਕਾਰਡਿੰਗਸ। ਜਦੋਂ ਮੈਂ ਇਹਨਾਂ ਦੇ ਮੋਬਾਈਲ ਤੋਂ ਰਿਕਾਰਡਿੰਗਸ ਲਿੱਤੀਆਂ ਨੇ, ਤਾਂ ਉਨ ਬਿਟਵੀਨ ਮੈਨੂੰ ਜਿੱਦਾਂ ਰਿਕਾਰਡਿੰਗਸ ਮਿਲਦੀਆਂ ਰਹੀਆਂ, ਮੈਂ ਸਤਰਕ ਹੁੰਦਾ ਰਿਹਾ ਕਿ ਵੀ ਮੈਂ ਆਪਣਾ ਸੈੱਟ ਹੋਵਾਂ। ਤੇ ਕਿਉਂਕਿ ਇੱਕ ਤਾਂ ਪਹਿਲੇ ਨਾਲ ਮੇਰੇ ਨਾਲ ਰਿਲੇਸ਼ਨ ਨਹੀਂ ਬਣਾਉਂਦੇ ਸੀਗੇ, ਠੀਕ ਹੈ। ਔਰ ਜਦੋਂ ਇਹ ਪ੍ਰੈਗਨੈਂਟ ਹੋ ਚੁੱਕੇ ਸੀਗੇ, ਤਾਂ ਉਸ ਟਾਈਮ ਇਹਦੀ ਮਾਂ, ਇਹਦੇ ਘਰ ਦੇ ਸਾਰੇ ਮੈਨੂੰ ਕਹਿ ਰਹੇ ਸੀਗੇ ਇਹਦੇ ਨਾਲ ਰਿਲੇਸ਼ਨ ਬਣਾਓ। ਲੇਕਿਨ ਆਡੀਓ ਵਿੱਚ ਅਸੀਂ ਸੁਣਿਆ ਹੈ ਵੀ ਮੇਰੇ ਖਿਆਲ 'ਚ ਮਾਮਾ ਵੀ ਕਹਿ ਰਿਹਾ ਹੈ ਬਸ ਤੂੰ ਇਹਨੂੰ ਇਹਦੀ ਔਕਾਤ ਦਿਖਾ। ਉਹ ਕਹਿੰਦੀ ਹਾਂ ਮੈਂ ਪਾਸਾ ਵੱਟ ਕੇ ਸੋ ਜਾਨੀ ਹੈ। ਇਹ ਸਾਰੀ ਆਡੀਓ ਕਲਿੱਪ 'ਚ ਹੈ। ਮਤਲਬ ਤੁਹਾਡਾ ਰਿਲੇਸ਼ਨ ਨਹੀਂ ਬਣਿਆ ਜੀ। ਜਿਸ ਤਰ੍ਹਾਂ ਉਹਦਾ ਮਾਮਾ ਉਹਨੂੰ ਸਿਖਾਉਂਦਾ ਸੀਗਾ, ਜਿਸ ਤਰ੍ਹਾਂ ਉਹਦੇ ਮਾਪਿਓ ਉਹਨੂੰ ਸਿਖਾਉਂਦੇ ਸੀ, ਉਹੀ ਚੀਜ਼ ਉਹ ਮੇਰੇ ਨਾਲ ਕਰਦੀ ਸੀਗੀ। ਜੋ ਤੁਸੀਂ ਰਿਕਾਰਡਿੰਗਸ 'ਚ ਸੁਣਿਆ, ਉਹ ਚੀਜ਼ਾਂ ਮੇਰੇ ਨਾਲ ਹੈਪਨਿੰਗ ਹੋਈਆਂ, ਮੇਰੇ ਨਾਲ ਹੋਈਆਂ ਇਹ ਚੀਜ਼ਾਂ। ਔਰ ਮੈਂ ਬਹੁਤ ਜ਼ਿਆਦਾ ਬਰਦਾਸ਼ਤ ਕੀਤਾ। ਇੱਕ ਦਿਨ ਤਾਂ ਮੈਂ ਅਨਕੌਂਸ਼ੀਅਸ ਹੋ ਗਿਆ ਸੀਗਾ ਘਰੇ, ਤੇ ਮੇਰੀ ਮੰਮੀ ਨੇ ਚਪੇੜਾ ਮਾਰ ਕੇ ਮੈਨੂੰ ਉਠਾਇਆ। ਔਰ ਮੇਰਾ ਤਾਂ ਉਸ ਦਿਨ ਸਾਹ ਨਿਕਲਣ ਨੂੰ ਸੀਗੇ ਕਿ ਮੈਂ ਮਰਨ ਵਰਗਾ ਸੀਗਾ, ਪਰ ਇਸ ਕੁੜੀ ਨੂੰ ਕੋਈ ਫਰਕ ਨਹੀਂ ਪਿਆ। ਵਾਕਈ ਤੁਸੀਂ ਬੜਾ ਜਿਗਰਾ ਰੱਖਿਆ ਜਿਹੜਾ ਇੰਨਾ ਕੁਝ ਪਤਾ ਹੋਣ ਦੇ ਬਾਵਜੂਦ ਤੁਸੀਂ ਉਹਨਾਂ ਦੇ ਨਾਲ ਰਹਿੰਦੇ ਰਹੇ। ਅੱਛਾ, ਆਡੀਓ ਕਲਿੱਪਸ ਆ ਗਈਆਂ, ਤੁਸੀਂ ਇਸ ਬਾਰੇ ਵੀ ਉਹਨਾਂ ਨਾਲ ਕਦੀ ਗੱਲ ਨਹੀਂ ਕੀਤੀ? ਨਹੀਂ, ਇਸ ਬਾਰੇ ਵੀ ਕਿਉਂਕਿ ਮੈਨੂੰ ਪਤਾ ਲੱਗ ਗਿਆ ਸੀਗਾ ਕਿ ਇਹ ਇੱਕ ਗਰੋਹ ਹੈ, ਮੈਨੂੰ ਲੁੱਟਣ ਆਏ ਆ, ਮੈਨੂੰ ਹੜੱਪਣ ਆਏ, ਮੇਰੇ ਘਰ ਨੂੰ ਪੈਸਾ ਲੁੱਟਣ ਆਏ ਨੇ। ਔਰ ਉਨ ਬਿਟਵੀਨ ਮੈਂ ਸਿਰਫ ਕੋਸ਼ਿਸ਼ ਕੀਤੀ ਕਿ ਮੈਂ ਇਹਦੇ ਲਈ ਇਨਵੈਸਟੀਗੇਸ਼ਨ ਕਰਕੇ, ਜੋ ਵੀ ਮੇਰੇ ਤੋਂ ਪੜਤਾਲ ਕਰਕੇ ਇਹਦੇ ਡਾਕੂਮੈਂਟੇਸ਼ਨ ਇਕੱਠਾ ਕੀਤਾ ਜਾਵੇ, ਜੋ ਇਹਨਾਂ ਦਾ ਪ੍ਰੀਵੀਅਸਲੀ ਰਿਕਾਰਡ ਹੈਗਾ। ਤੇ ਇਹਨਾਂ ਦਾ ਪ੍ਰੀਵੀਅਸ ਰਿਕਾਰਡ ਬਹੁਤ ਮਾੜਾ ਹੈਗਾ। ਜੋ ਚੀਜ਼ਾਂ ਇਹਨਾਂ ਦੀਆਂ ਮੈਂ ਇਕੱਠੀਆਂ ਕਰਕੇ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ। ਮੈਂ ਮੀਡੀਆ 'ਚ ਇਸ ਲਈ ਆਇਆ ਕਿ ਤੁਹਾਨੂੰ ਦਿਖਾ ਸਕਾਂ ਕਿ ਵੀ ਇਸ ਤਰ੍ਹਾਂ ਦੀ ਵੀ ਕੁੜੀਆਂ ਹੁੰਦੀਆਂ, ਔਰ ਖਾਸ ਤੌਰ 'ਤੇ ਕਿ ਵੀ ਕੁੜੀਆਂ ਦੀ ਸੁਣੀ ਜਾਂਦੀ ਹੈ, ਮੁੰਡਿਆਂ ਦੀ ਨਹੀਂ ਸੁਣੀ ਜਾਂਦੀ। ਕਿਉਂਕਿ ਮੁੰਡਿਆਂ ਦੇ ਲਈ ਲਾਅ ਨਹੀਂ ਬਣੇ, ਕੁੜੀਆਂ ਲਈ ਲਾਅ ਬਣੇ ਨੇ। ਕੁੜੀਆਂ ਦੀ ਸੁਣੀ ਜਾਂਦੀ, ਹਰ ਕਿਤੇ ਜਾਓ ਤਾਂ ਕੁੜੀਆਂ ਦੀ ਸੁਣੀ ਜਾਂਦੀ, ਮੁੰਡਿਆਂ ਦੀ ਕਿਤੇ ਨਹੀਂ ਸੁਣੀ ਜਾਂਦੀ। ਨਹੀਂ, ਵੈਸੇ ਬੜੀ ਹਿੰਮਤ ਹੈ ਜਗਜੀਤ ਜੀ ਦੀ, ਕਿਉਂਕਿ ਇਹਨਾਂ ਨੇ ਇਹ ਫੈਸਲਾ ਲਿਆ ਕਿ ਮੈਂ ਮੀਡੀਆ ਦੇ ਸਾਹਮਣੇ ਆਵਾਂ। ਹਾਲਾਂਕਿ ਇਹਦੇ ਵਿੱਚ ਕਿਤੇ ਨਾ ਕਿਤੇ ਜਗਜੀਤ ਜੀ ਦਾ ਵੀ ਤੁਸੀਂ ਕਹਿ ਸਕਦੇ ਹੋ ਕਿ ਇੱਕ ਨੈਗੇਟਿਵ ਪੁਆਇੰਟ ਕਹਿ ਲਓ, ਜਾਂ ਇਹਨਾਂ ਦੀ ਵੀ ਗੱਲ ਇੱਜ਼ਤ 'ਤੇ ਹੈ। ਪਰ ਇਹਨਾਂ ਨੇ ਸੋਚਿਆ ਵੀ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਨਾ ਹੋਵੇ। ਇਹ ਜਿਹੜਾ ਗਰੋਹ ਕੰਮ ਕਰ ਰਿਹਾ ਹੈ, ਮੇਰਾ ਮੀਡੀਆ ਦੇ ਵਿੱਚ ਆਉਣਾ ਬੜਾ ਜ਼ਰੂਰੀ ਹੈ। ਕਿਉਂਕਿ ਅੱਛਾ, ਤੁਹਾਡੇ ਤੋਂ ਪਹਿਲਾਂ ਕਿੰਨੇ ਕੁ ਮੁੰਡੇ ਸ਼ਿਕਾਰ ਹੋਏ ਨੇ? ਜਿਸ ਤਰ੍ਹਾਂ ਪਤਾ ਲੱਗਿਆ ਕਿ ਤੁਹਾਨੂੰ ਇੱਕ ਰਿਕਾਰਡਿੰਗ ਸੁਣੀ ਹੈ ਤੁਸੀਂ, ਰਾਜਾ, ਉਹ ਵਿਚਾਰਾ, ਉਹ 10 ਲੱਖ ਵਾਲਾ ਮੁੰਡਾ ਜਿਹੜਾ ਬਚ ਗਿਆ। ਹਾਂਜੀ, 10 ਲੱਖ ਵਾਲਾ ਮੁੰਡਾ, ਉਹ ਹੋ ਗਿਆ। ਇੱਕ ਨਾਰਾਇਣਗੜ੍ਹ ਦੇ ਵਿੱਚ ਹੈਗੇ ਨੇ ਇਹਨਾਂ ਦੇ, ਕੋਈ ਨਾਮ ਹੈਗਾ ਉਹਦਾ ਵਿਰਾਟ ਰਾਣਾ ਕੋਈ। ਔਰ ਇਸ ਤੋਂ ਇਲਾਵਾ ਇੱਕ ਇਹ ਡਾਕਟਰ ਨੂੰ ਇਹਨਾਂ ਨੇ ਠੱਗਿਆ। ਹੋਰ ਕੋਈ ਇਹਨਾਂ ਦੇ ਗੋਲਡ ਦਾ ਵੀ ਕਿਸੇ ਦੇ ਨਾਲ ਚੱਲ ਰਿਹਾ, ਜਿੱਥੇ ਤੱਕ ਮੈਨੂੰ ਸੋਨੇ ਦੀ ਪਲੈਨਿੰਗ ਤਾਂ ਇੱਥੇ ਵੀ ਸੀ ਨਾ ਵੀ ਗੋਲਡ ਦੀ ਅਸੀਂ ਗੋਲਡ ਲੈ ਜਾਾਂਗੇ, ਚਾਂਦੀ ਦਾ ਬਣਵਾ ਕੇ ਸੇਮ ਸੋਨੇ ਦਾ ਪਾਣੀ ਚੜਵਾ ਕੇ ਵਾਪਸ ਰੱਖ ਦਾਂਗੇ, ਕਹਿ ਦਾਂਗੇ ਜੀ ਤੁਸੀਂ ਸਾਨੂੰ ਪਾਇਆ ਇਦਾਂ ਹੀ ਸੀਗਾ।
ਹਾਂਜੀ ਹਾਂਜੀ, ਇਹ ਸਾਰੀ ਰਿਕਾਰਡਿੰਗਸ ਦੇ ਵਿੱਚ ਜੋ ਇਹਨਾਂ ਨੇ ਕਿਹਾ ਇਹ ਸੱਚ ਹੋਇਆ ਸਾਡੇ ਨਾਲ। ਬਟ ਇਹ ਹੈ ਕਿ ਜਦੋਂ ਸਾਨੂੰ ਪਤਾ ਲੱਗਿਆ ਤਾਂ ਆਪਾਂ 골ਡ ਸੀਗਾ ਆਪਣਾ ਸਿਕਿਉਰ ਕੀਤਾ, ਪਰ ਇਹ ਕੁਛ 골ਡ ਸੀਗਾ ਇਹਦੇ ਕੋਲ, ਉਹ ਲੈ ਜਾ ਚੁੱਕੀ ਹੈ ਉਹ। ਔਰ ਤੁਹਾਡਾ 골ਡ ਹੈ ਜਾਂ ਉਹਨਾਂ ਦਾ ਹੈ? ਇਹ ਸਾਡਾ ਵੀ ਹੈਗਾ, ਥੋੜਾ ਜਿਹੜਾ ਉਹਨਾਂ ਨੇ ਮੈਨੂੰ ਪਾਇਆ ਸੀਗਾ ਉਹ ਵੀ 골ਡ ਉਹਨਾਂ ਦੇ ਕੋਲ ਹੈ। ਚਲੋ ਉਹਦਾ ਉਹਨਾਂ ਦਾ ਹੀ ਸੀ, ਉਹ ਤਾਂ ਜਾਣਾ ਹੀ ਸੀ। ਜਿਹੜਾ ਤੁਹਾਡਾ ਸੀ ਉਹ ਕਿੰਨਾ ਗਿਆ ਉਹਨਾਂ ਕੋਲ? ਸਾਡਾ ਅਰਾਊਂਡ 3-4 ਲੱਖ ਰੁਪਏ ਦਾ ਹੈਗਾ ਜੀ ਸਾਡਾ। ਤੇ ਅੱਛਾ, ਹੁਣ ਕਹਾਣੀ ਕੀ ਹੈ? ਤੁਹਾਨੂੰ ਪਤਾ ਲੱਗਿਆ, ਤੁਸੀਂ ਕੰਪਲੇਂਟ ਵਗੈਰਾ ਕਿਤੇ ਦਿੱਤੀ ਹੈ ਇਹਨਾਂ ਬਾਰੇ, ਜਾਂ ਕਿੱਥੇ ਮਾਮਲਾ ਕਿੱਥੇ ਹੈ? ਮੈਂ ਐਸਐਸਪੀ ਸਾਹਿਬ ਦੇ ਕੰਪਲੇਂਟ ਦਿੱਤੀ ਹੈ 4 ਦਸੰਬਰ ਨੂੰ, ਔਰ ਉਹਦੇ ਉੱਤੇ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਲਈ ਡੀਐਸਪੀ ਸਾਹਿਬ ਨੂੰ ਦਿੱਤੀ ਹੋਈ ਹੈ, ਤੇ ਉਹਦੇ ਵਿੱਚ ਕਾਰਵਾਈ ਹੋ ਰਹੀ ਹੈ। ਤੁਸੀਂ ਕਿਹਾ ਵੀ ਇਹ ਗੁੰਡੇ ਬੰਦੇ ਨੇ, ਤਾਂ ਕਦੇ ਉਂਝ ਵਾਹ ਵਾਸਤਾ ਨਹੀਂ ਪਿਆ ਵੀ ਇਹਨਾਂ ਨੇ ਹੁਣ ਜਦੋਂ ਪਤਾ ਲੱਗਿਆ ਵੀ ਸਾਡੇ ਦਾ ਭਾਂਡਾ ਜਿਹੜਾ ਹੈ ਉਹ ਫੁੱਟ ਗਿਆ, ਸਾਡੀ ਅਸਲੀਅਤ ਸਾਹਮਣੇ ਆ ਗਈ, ਤੇ ਤੁਹਾਡੇ ਤੱਕ ਇਹਨਾਂ ਨੇ ਕਿਤੇ ਅਪਰੋਚ ਕੀਤਾ ਹੋਵੇ? ਹਾਂਜੀ ਹਾਂਜੀ, ਇਹਨਾਂ ਨੇ ਸਾਡੇ ਉੱਤੇ, ਮੇਰੇ ਉੱਤੇ ਹਮਲਾ ਕੀਤੇ ਨੇ, ਤੇ ਉਸ ਤੋਂ ਬਾਅਦ ਹਮਲੇ ਤੇ ਮੈਂ 2 ਦਿਨ ਹਸਪੀਟਲ ਵੀ ਰਿਹਾ, ਉਹਦੀ ਵੀ MLR ਪਈ ਹੈ, ਸਾਰਾ ਕੁਝ ਪਿਆ, ਮੈਂ ਤੁਹਾਨੂੰ ਉਹ ਵੀ ਦਿਖਾ ਸਕਦਾ ਹੈਗਾ। 2 ਦਿਨ ਮੈਂ ਹਸਪੀਟਲ ਰਿਹਾ, ਮੇਰੇ ਸੱਟਾਂ ਹੋਈਆਂ। ਮੈਂ 7 ਤਰੀਕ ਨੂੰ ਉੱਥੋਂ ਦੀ ਆਫ ਕਰਕੇ ਆਇਆ ਹਸਪੀਟਲ ਸਿਵਲ 6 ਫੇਸ ਤੋਂ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਸਾਨੂੰ ਟਾਈਮ ਦਿੱਤਾ ਕਿ ਵੀ ਤੁਹਾਡੀ ਗੱਲਬਾਤ ਕਰਾਉਂਦੇ ਥਾਣੇ ਤੋਂ ਸਾਨੂੰ, ਤਾਂ ਜਦੋਂ ਅਸੀਂ ਉੱਥੇ ਗਏ ਤਾਂ ਉਸ ਦਿਨ ਵੀ ਘੱਟੋ ਘੱਟ 25-30 ਮੁੰਡੇ ਲੈ ਕੇ ਉਹ ਆਏ ਹੋਏ ਸੀਗੇ ਥਾਣੇ ਦੇ ਬਾਹਰ, ਤੇ ਮੈਂ ਉਸ ਦਿਨ ਵੀ ਪੁਲਿਸ ਦੀ ਹੈਲਪ ਦੇ ਨਾਲ ਉੱਥੋਂ ਦੀ ਬਾਹਰ ਗਿਆ, ਤੇ ਐਸਐਸਪੀ ਦੇ ਦਫ਼ਤਰ ਦੇ ਬਾਹਰ ਵੀ ਇਹ ਘੱਟੋ ਘੱਟ 25-30 ਮੁੰਡੇ ਲੈ ਕੇ ਖੜੇ ਹੋਏ ਸੀਗੇ। ਇਹ ਮਤਲਬ ਮੈਨੂੰ ਮਾਰਨ ਨੂੰ ਫਿਰਦੇ ਸੀਗੇ, ਪਰ ਮੈਂ ਪੁਲਿਸ ਦੀ ਹੈਲਪ ਦੇ ਨਾਲ ਹਰ ਜਗ੍ਹਾ ਤੇ ਸੇਫਲੀ ਰਿਹਾ। ਤੇ ਅੱਛਾ, ਇਹ ਕੁਝ ਕਾਗਜ਼ਾਤ ਵੀ ਨੇ, ਇਹ ਤੁਸੀਂ ਐਸਐਸਪੀ ਸਾਹਿਬ ਨੂੰ ਕੰਪਲੇਂਟ ਪਾਈ ਹੈ? ਹਾਂਜੀ ਹਾਂਜੀ, ਇਹ ਕੰਪਲੇਂਟ ਪਾਈ ਹੈ, ਤੇ ਇਹ ਅੱਗੇ ਡਾਕੂਮੈਂਟ ਜਿਹੜਾ ਪਿਆ ਇਹ ਕੀ ਹੈ ਜੀ? ਇਹ ਇਹਨਾਂ ਦਾ ਕੋਰਟ ਕੇਸ ਚੱਲ ਰਿਹਾ ਹੈਗਾ ਆਪਣਾ ਕੁਰਕਸ਼ੇਤਰ ਦੇ ਵਿੱਚ। ਇਹ ਲਖਵਿੰਦਰ ਸਿੰਘ ਜੀ ਨੇ, ਇਹ ਜਤਿੰਦਰ ਕੌਰ ਹੈਗਾ, ਔਰ ਇਹਨਾਂ ਤੇ ਇਹ ਮੱਗੀ, ਇਹ ਇਹਨਾਂ ਦੇ ਪਹਿਲੇ ਵਿਆਹ ਵਾਲੇ ਹੈ? ਹਾਂਜੀ ਹਾਂਜੀ, ਪਹਿਲੇ ਵਿਆਹ ਤੇ ਇਹਨਾਂ ਦੀ ਹਲੇ। ਅੱਛਾ, ਜਦੋਂ ਤੁਹਾਡਾ ਵਿਆਹ ਹੋਇਆ ਤੁਸੀਂ ਉਹ ਸਰਟੀਫਿਕੇਟ ਵਗੈਰਾ ਤੁਹਾਡੇ ਕੋਲ ਹੋਣਾ ਹੈ, ਤੇ ਉਹਦੇ ਵਿੱਚ ਇਹਨਾਂ ਨੇ ਕੀ ਲਿਖਿਆ ਹੋਇਆ ਹੈ? ਮੈਰਿਡ ਔਰ ਅਨਮੈਰਿਡ ਔਰ ਡਾਈਵੋਰਸੀ? ਅਨਮੈਰਿਡ ਹੀ ਲਿਖਿਆ ਹੋਇਆ, ਬਟ ਮੈਨੂੰ ਮੈਂ ਗੁਰਦੁਆਰਾ ਸਾਹਿਬ ਗਿਆ ਸੀਗਾ ਤੇ ਉੱਥੋਂ ਦੀ ਮੈਨੂੰ ਐਵੀਡੈਂਸ ਨਹੀਂ ਮਿਲਿਆ, ਗੁਰਦੁਆਰੇ ਵਾਲਿਆਂ ਨੇ ਦਿੱਤਾ ਨਹੀਂ ਹੈਗਾ। ਉਹ ਵੀ ਉਹ ਕਹਿੰਦੇ ਕਿ ਕੁੜੀਆਂ ਵਾਲਿਆਂ ਨੂੰ ਦੇ ਸਕਦੇ, ਮੁੰਡੇ ਵਾਲਿਆਂ ਨੂੰ ਨਹੀਂ ਦੇ ਸਕਦੇ। ਇਹ ਤਾਂ ਮੇਰੇ ਖਿਆਲ 'ਚ ਚਲੋ ਉਹ ਜਾਣਦੇ ਹੋਣਗੇ, ਮੈਂ ਤਾਂ ਰੂਲ ਨਹੀਂ ਸੁਣਿਆ ਵੈਸੇ ਕਦੇ। ਅੱਛਾ, ਇਹ ਕੀ ਹੈ? ਇਹ ਸਰ ਇਹਨਾਂ ਨੇ ਜਿਹੜੀ ਉਹਨਾਂ ਤੇ ਸੈਕਸ਼ਨ ਲਾਈ ਹੈ IPS ਜਿਹੜੀ 498 ਦਾਜ ਮੰਗਣ ਦੀ ਹੋ ਗਈ, 406 323 IPS ਉੱਤੇ ਇਹਦੀ FIR ਨੰਬਰ 330 ਹੈ। ਇਸ ਤੋਂ ਇਲਾਵਾ ਹੋਰ ਵੀ ਇਹਨਾਂ ਨੇ ਮੇਨਟੇਨੈਂਸ ਦੇ ਕੇਸ ਪਾਏ ਨੇ, ਇੱਕ FIR ਹੋਰ ਹੈਗੀ ਇਹਨਾਂ ਦੀ 355 ਅਪਹਰਨ ਦਾ ਕੇਸ ਪਾਇਆ। ਇਹ ਕਿਤੇ ਪਾਇਆ ਅਪਹਰਨ ਦਾ ਕੇਸ? ਇਹ ਅਪਹਰਨ ਦਾ ਇਹਨਾਂ ਨੇ ਕੇਸ ਪਾਇਆ ਹੋਇਆ ਆਪਣਾ ਕਿ ਵੀ ਮੇਰੀ ਕੁੜੀ ਨੂੰ ਚੱਕ ਕੇ ਲੈ ਗਏ ਹੋਏ ਨੇ। ਵਕੀਲ ਤੱਕ ਨਹੀਂ ਇਹਨਾਂ ਨੇ ਛੱਡਿਆ, ਜਿਹੜਾ ਵਕੀਲ ਉਸ ਮੁੰਡੇ ਦਾ ਲੜ ਰਿਹਾ ਸੀਗਾ ਕੇਸ, ਉਹਦੇ ਉੱਤੇ ਵੀ ਇਹਨਾਂ ਨੇ ਕੇਸ ਪਾਤੇ ਸੀਗੇ। ਨਹੀਂ, ਤੁਹਾਡੇ ਕੋਲੇ ਤੁਹਾਡੀ ਵਾਈਫ ਮੰਨੀ ਕਿ ਮੈਂ ਪਹਿਲਾਂ ਵਿਆਹ ਕਰਵਾਇਆ ਹੋਇਆ ਸੀ, ਜਾਂ ਉਹ ਕਹਿ ਰਹੀ ਨਹੀਂ ਮੈਂ ਅਨਮੈਰਿਡ ਹਾਂ? ਨਹੀਂ ਜੀ, ਉਹਨੇ ਨਿਊਜ਼ ਚੈਨਲ ਮਤਲਬ ਨਿਊਜ਼ਪੇਪਰ ਤੇ ਬਕਾਇਦਾ ਲਿਖ ਕੇ ਦਿੱਤਾ ਹੈਗਾ ਕਿ ਵੀ ਮੈਂ ਪਹਿਲਾਂ ਵਿਆਹੀ ਨਹੀਂ ਹੋਈ। ਇਹ ਇਸੀ ਨਿਊਜ਼ਪੇਪਰ ਦੀ ਤੁਸੀਂ ਗੱਲ ਕਰ ਰਹੇ ਹੋ? ਇਹ ਦੈਨਿਕ ਭਾਸਕਰ ਇਹਦੇ ਵਿੱਚ ਲਿਖਿਆ ਹੈ 19 ਤਰੀਕ ਦੀ, ਇਸ ਵਿੱਚ ਪੜ੍ਹ ਸਕਦੇ ਹੋ ਤੁਸੀਂ ਜੀ। ਇਹਦੇ ਵਿੱਚ ਲਿਖਿਆ ਹੋਇਆ ਜੀ, हाँ उन्होंने लिखा है जी, पीड़ित महिला ने कहा कि उसकी इससे पहले कोई शादी नहीं हुई है। ये कैमरा पर्सन ਨੂੰ ਕਹਾਂਗਾ, ਇਹ ਇੱਥੇ ਲਾਈਨ ਲਿਖੀ ਹੋਈ ਹੈ, ਇਹ ਪੱਖ ਹੈ ਜੀ। ਬਾਕੀ ਅਸੀਂ ਫੋਨ ਕਰਨ ਦੀ ਕੋਸ਼ਿਸ਼ ਵੀ ਕਰਦੇ ਹਾਂ ਤਾਂ ਜੋ ਉਹਨਾਂ ਦਾ ਪੱਖ ਲੈ ਸਕੀਏ, ਕਿਉਂਕਿ ਫਿਰ ਕਿਤੇ ਕੱਲ ਨੂੰ ਉਹ ਇਹ ਨਾ ਕਹਿਣ ਕਿ ਮੇਰਾ ਪੱਖ ਨਹੀਂ ਲਿਆ। ਉਹਨਾਂ ਦੇ ਨੰਬਰ 'ਤੇ ਅਸੀਂ ਫੋਨ ਕਰਾਂਗੇ। ਕੈਮਰਾ ਪਰਸਨ ਨੂੰ ਕਹਾਂਗਾ, ਜਿਹੜੀ ਇਹਨਾਂ ਨੇ ਕੰਪਲੇਂਟ ਇਹ ਦਿੱਤੀ ਹੈ ਜੀ SSP ਸਾਹਿਬ ਦੇ ਕੋਲ, ਇਹਦੇ ਉੱਤੇ ਇਹਨਾਂ ਦੇ ਨੰਬਰ ਵੀ ਲਿਖੇ ਹੋਏ ਨੇ। ਅਸੀਂ ਗੱਲਬਾਤ ਕਰਾਂਗੇ। ਜਤਿੰਦਰ ਕੌਰ ਨਾਮ ਹੈ ਕੁੜੀ ਦਾ, ਜੋ ਇਹਨਾਂ ਦੇ ਨਾਲ ਵਿਆਹੀ ਗਈ ਸੀ ਕੁੜੀ, ਤੇ ਉਹਨਾਂ ਦਾ ਪਿੰਡ ਪੈਂਦਾ ਹੈ ਜੀ ਖਾਨਪੁਰ ਲੁਬਾਣਾ, ਲਖਨੌਰਾ, ਅੰਬਾਲਾ, ਹਰਿਆਣਾ। ਤੇ ਉਹਨਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰਾਂਗੇ। 8397990065। ਤੁਸੀਂ ਵੀ ਧਿਆਨ ਨਾਲ ਜੋ ਹੈ ਇਹ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ। ਨੰਬਰ ਤਾਂ ਨਹੀਂ ਮਿਲ ਰਿਹਾ ਜੀ, ਮੈਂ ਦੁਬਾਰਾ ਟਰਾਈ ਕਰਦਾ ਨੰਬਰ ਦਾ। ਤੁਹਾਨੂੰ फोन बिजी है। अभी सभी लाइनें व्यस्त हैं, कृपया बाद में फिर से कोशिश करें। चलो एक और नंबर हैगा जी, ਉਹਦੇ पर ट्राई करके देखते हैं ਅਸੀਂ। 8360179905।
ਵੈਸੇ ਆਪਣੇ ਆਪ 'ਚ ਬੜਾ ਜਿਸ ਅਜੀਬੋ ਨੰਬਰ ਗਰੀਬ ਨਾਲ ਮਾਮਲਾ ਹੈ ਤੁਸੀਂ ਜੀ। ਸੰਪਰਕ ਕਰਨਾ ਚਾਹੁੰਦੇ ਹੋ ਉਹ ਹਜੇ ਸਵਿਚਡ ਆਫ। ਇਹ ਸਵਿਚ ਆਫ ਹੈ ਨੰਬਰ। ਪਹਿਲੇ ਵਾਲੇ ਨੰਬਰ ਤੇ ਜਿਹਦਾ ਬਿਜ਼ੀ ਆ ਰਿਹਾ ਸੀ ਦੁਬਾਰਾ ਫੋਨ ਕਰਦੇ ਹਾਂ, ਕਿਉਂਕਿ All lines are currently busy. ਜਿਹਨੂੰ ਮਾਮਾ Please ਕਹਿੰਦੇ try ਹੋ again later. ਉਹਦੇ ਨਾਲ ਹੀ अभी सभी लाइनें व्यस्त हैं। कृपया बाद ਇਹ ਵਿਅਸਤ ਹੀ ਰਹਿੰਦਾ ਹੈ ਜਾਂ ਵੈਸੇ ਵਿਅਸਤ ਆ ਰਿਹਾ? ਕੋਸ਼ਿਸ਼ ਕਰਾਂਗੇ ਕਿ फ़ोन मिले ਤਾਂ ਜੋ ਪੱਖ ਲੈ ਸਕੀਏ, ਪਰ मैं आखिरी बार ट्राई करांगा क्योंकि मैं ऑलरेडी 7 ਵਾਰ ਨੰਬਰ ਟਰਾਈ ਕਰ ਚੁੱਕੇ ਹਾਂ ਜੀ, ਤੇ 8ਵੀਂ ਵਾਰ ਇੱਕ ਵਾਰ ਟਰਾਈ ਕਰਕੇ ਫਿਰ ਅਸੀਂ ਅੱਗੇ ਮਾਮੇ ਦਾ ਨੰਬਰ ਮਿਲਾਵਾਂਗੇ, ਕਿਉਂਕਿ ਮਾਮੇ ਤੇ ਵੀ ਇਲਜ਼ਾਮ ਲਾ ਰਹੇ ਨਹੀਂ। ਤੁਸੀਂ ਕੰਪਲੇਂਟ ਦੇ ਵਿੱਚ ਮਾਮੇ ਦਾ ਨਾਮ ਵੀ ਲਿਖਿਆ? ਹਾਂਜੀ ਹਾਂਜੀ, ਮੈਂ ਲਿਖਿਆ ਜੀ ਉਹਨਾਂ ਦਾ ਨਾਮ, ਉਹ ਤਾਂ ਮੇਨ ਹੈ ਜੀ। ਤੇ ਮਾਮੇ ਨੂੰ ਕਿਉਂਕਿ ਮਾਸਟਰ ਪਲੈਨਿੰਗ ਜਿਹੜੀ ਹੈਗੀ ਹੈ ਮਾਮੇ ਦੀ ਹੈਗੀ ਹੈ ਜੀ, ਮਾਸਟਰਮਾਈਂਡ ਸਾਰਾ ਮਾਮਾ ਹੈ, ਤੇ ਉਹਨੂੰ ਫੋਨ ਕਰਦੇ ਹਾਂ ਅਸੀਂ 8295020777। ਇਹ 4 ਨੰਬਰ ਨੇ ਮਾਮੇ ਦੇ। ਹਾਂਜੀ, ਇਹਨਾਂ ਦੇ 4 ਨੰਬਰ ਨੇ ਜੀ। नरेश जी ने जी फोन चकते नहीं, गलबात करांगे। बैल तो जा रही है पर फोन नहीं हले चक रहे। The person you're calling एक होर नंबर है जी, वो ट्राई करते हैं 7986094097। जिस नंबर नाल तुसी संपर्क करना चाहते हो वो हजे स्विच्ड ऑफ है। स्विच ऑफ है। एक नंबर होर है, वो ट्राई करते हैं 9872614267। ਹੁਣ ਇਸ ਮਾਮੇ ਨੂੰ ਕੀ ਕਹਾਂਗੇ ਜੋ ਆਪਣੀ ਮੂੰਹ ਬੋਲੀ ਭਾਂਜੀ ਦੇ ਨਾਲ ਹੀ ਅਜਿਹਾ ਕੰਮ ਕਰ ਰਿਹਾ ਹੈ। ਦੂਜੇ ਪਾਸੇ ਭਾਂਜੀ ਵੀ ਉਤੋਂ ਦਾ ਉਤੋਂ ਉਸ ਕੁੜੀ ਦੀ ਮਾਂ ਜਿਹਨੂੰ ਸਭ ਕੁਝ ਪਤਾ ਹੈ, ਤੇ ਉਹ ਕਹਿ ਰਹੀ ਹੈ ਬਈ ਕੁੜੀ ਕਹਿ ਰਹੀ ਹੈ ਕਿ ਮਾਂ ਨੇ ਕਿਹਾ ਕਿ ਮਾਮੇ ਤੋਂ ਦੂਰੀ ਬਣਾ ਲਈ ਜਦੋਂ ਪ੍ਰੈਗਨੈਂਟ ਹੋ ਜਾਏਗੀ। ਜੇ ਸ਼ਕਲ ਮਾਮੇ ਤੇ ਚਲੀ ਗਈ ਤੇ ਮੁੰਡੇ ਵਾਲਿਆਂ ਨੂੰ ਸ਼ੱਕ ਪੈਣਾ। ਦੱਸੋ ਫੋਨ ਨਹੀਂ ਚੱਕ ਰਹੇ ਮਾਮਾ। ਇਹ ਮਾਮਾ ਕਰਦਾ ਕੀ ਹੈ? ਇਹ ਮਾਮਾ ਜਿਸ ਦਿਨ ਪਹਿਲੇ ਦਿਨ ਸਾਡੇ ਘਰੇ ਆਏ ਸੀਗੇ, ਉਸ ਟਾਈਮ ਇਸਨੇ ਸਾਨੂੰ ਵਿਜੀਲੈਂਸ ਆਫੀਸਰ ਦੱਸਿਆ ਸੀਗਾ ਆਪਣਾ। ਅੱਛਾ, ਕਿ ਮੈਂ ਵਿਜੀਲੈਂਸ ਵਿੱਚ ਕੰਮ ਕਰਦਾ? ਵਿਜੀਲੈਂਸ ਆਫੀਸਰ ਹਾਂ ਮੈਂ, ਔਰ ਕਹਿੰਦਾ ਸਾਈਡ ਬਾਏ ਸਾਈਡ ਮੈਂ ਪ੍ਰਾਪਰਟੀ ਦਾ ਵੀ ਕੰਮ ਕਰਦਾ ਹੈਗਾ। ਇਹਦਾ ਮੁਹਾਲੀ ਦੇ ਵਿੱਚ, ਇਹਦਾ ਐਰੋ ਸਿਟੀ ਦੇ ਵਿੱਚ NKT ਕੰਸਟਰਕਸ਼ਨ ਦੇ ਨਾਮ ਤੇ ਇਹਦਾ ਕੰਮ। NKT ਕੰਸਟਰਕਸ਼ਨ? ਹਾਂਜੀ ਹਾਂਜੀ। ਕਿ ਇਹ ਮਕਾਨ ਬਣਾ ਕੇ ਦਿੰਦਾ ਹੈ? ਹਾਂਜੀ, ਮਕਾਨ ਬਣਾ ਕੇ ਵੇਚਦਾ ਹੈਗਾ। ਇਹ ਮਕਾਨ ਬਣਾ ਕੇ ਵੇਚਦਾ ਹੈ, ਤੇ ਜਿਹੜੇ ਬਣੇ ਬਣਾਏ ਘਰ ਹੁੰਦੇ ਨੇ ਪਰਿਵਾਰ, ਉਹ ਤੋੜਦਾ ਵੀ ਹੈ, ਕਿਉਂਕਿ ਇਹ ਹਰਕਤ ਤਾਂ ਜਿਹੜੀ ਸਾਹਮਣੇ ਆਈ ਹੈ ਉਹੀ ਲੱਗਦਾ ਹੈ ਇਹ ਮਕਾਨ ਬਣਾਉਂਦਾ ਘੱਟ ਹੋਣਾ, ਮੇਰੇ ਖਿਆਲ ਤੋੜਦਾ ਜ਼ਿਆਦਾ ਹੋਣਾ। ਹਾਂਜੀ ਹਾਂਜੀ, ਇਹ ਤਾਂ ਮੈਨੂੰ ਤਾਂ ਇੱਕ ਆਪਣੇ ਬਾਰੇ ਪਤਾ ਹੈ, ਪਤਾ ਨਹੀਂ ਕਿੰਨੇ ਲੋਕਾਂ ਨਾਲ ਇਹਨਾਂ ਨੇ ਕੀਤਾ ਹੋਏਗਾ ਇਸ ਤਰ੍ਹਾਂ। ਅੱਛਾ, ਇੱਕ ਹੋਰ ਨੰਬਰ ਹੈਗਾ ਮਾਮੇ ਦਾ, ਉਹ ਵੀ ਟਰਾਈ ਕਰਦੇ ਹਾਂ ਜੀ 7526822222। नहीं तो फिर पहले वाला नंबर दोबारा ट्राई करांगे जी। बैल गई सी पर चक्या नहीं, कोई आवाज़ नहीं आ रही। पहले नंबर से दोबारा ट्राई करते हैं जी, क्योंकि उत्थे बैल गई सी। उम्मीद है कि फ़ोन चक्या जाएगा, चक्कन के फ़ोन, पर हो सकता है अननोन नंबर देख के, क्योंकि हुण पहला ही कुछ मीडिया वालियां ने फ़ोन भी किए होणगे पक्ष लैण दे लई, ते इन्हां नूं पता है कि हुण मामला उछल चुक्या है, साडी असलीयत सामने आ चुकी है, तो साडी ऑडियो रिकॉर्डिंग्स जो करतूतां ने, कालियां करतूतां ने, वो सामने आ चुकियां ने। हो सकता है कि हुण ये थोड़ा जिहा अलर्ट होण, फ़ोन ना चक रहे होण, पर साडा फर्ज है कि असीं फ़ोन करके इन्हां दा पक्ष भी जरूर लईए। ये फ़ोन नहीं चक रहे, इन्हां नूं फ़ोन करना ठीक रहेगा?
ਤਾਂ ਤੁਸੀਂ ਦੇਖ ਲਓ ਸਕਦੇ ਹੋ ਕਿ ਕਰ ਸਕਦੇ ਹੋ, ਕਿਉਂਕਿ ਇਹ ਵੀ ਇਨਵੋਲਵਡ ਨੇ। ਇਹ ਵੀ ਜਦੋਂ ਦਾ ਉਹਨਾਂ ਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਫੋਨ ਆਪਣੇ ਹਸਬੰਡ ਨੂੰ ਦੇ ਦਿੱਤਾ ਹੋਇਆ। ਇਹ ਵੀ ਇਹਨਾਂ ਦੇ ਨਾਲ ਮਿਲੇ ਹੋਏ ਨੇ। ਜਿੱਥੇ ਤੱਕ ਕਿ ਵੀ ਇੱਕ ਬੰਦਾ ਐਸੇ ਕੰਮ ਕਰ ਰਿਹਾ ਤਾਂ ਉਹਦੀ ਵਾਈਫ ਦਾ ਪਿੱਛੇ ਹੱਥ ਹੁੰਦਾ ਤਾਂ ਹੀ ਉਹ ਬੰਦਾ ਕੰਮ ਕਰ ਸਕਦਾ ਹੈ। ਲੇਕਿਨ ਅਸੀਂ ਐਂ ਕਰਦੇ ਹਾਂ, ਇੱਕ ਵਾਰ ਦੁਬਾਰਾ ਉਹਨਾਂ ਨੂੰ ਟਰਾਈ ਕਰਦੇ ਹਾਂ ਉਹਨਾਂ ਦੇ ਨੰਬਰ 'ਤੇ। ਉਹਨਾਂ ਦੀ ਮੈਂ ਸੋਚਦਾ ਕਿ ਉਹਨਾਂ ਦੀ ਵਾਈਫ ਨੂੰ ਫੋਨ ਨਾ ਕੀਤਾ ਜਾਵੇ ਤਾਂ ਜ਼ਿਆਦਾ ਠੀਕ ਹੈ। ਨਰੇਸ਼ ਜੀ फ़ोन नहीं ਚੱਕ ਰਹੇ। ਅੱਛਾ, ਕੁੜੀ ਵਾਲਿਆਂ ਨੇ ਤੁਹਾਡੇ 'ਤੇ ਵੀ ਕੋਈ ਕੇਸ ਕੁਛ ਕਰਵਾਇਆ? ਹਾਂਜੀ, ਉਹਨਾਂ ਨੇ ਮੈਨੂੰ ਨਾਰਾਇਣਗੜ੍ਹ ਤੋਂ ਮਤਲਬ ਇੱਕ ਕਾਲ ਆਈ ਸੀਗੀ ਤੇ ਉਹਨਾਂ ਨੇ ਡੀਐਸਪੀ ਸਾਹਿਬ ਨਾਰਾਇਣਗੜ੍ਹ 'ਤੇ ਉਹਨਾਂ ਨੇ ਕੰਪਲੇਂਟ ਪਾਈ ਹੈਗੀ ਮੇਰੇ ਅਗੇਂਸਟ। ਉਹ ਕੰਪਲੇਂਟਸ ਕੀ ਲਿਖਿਆ? ਬਸ ਇਹੀ ਜੋ ਤੁਸੀਂ ਹੁਣ ਦੇਖ ਰਹੇ ਹੋ ਸਾਹਮਣੇ, ਦਾਜ ਦਾ ਮਾਰਿਆ ਕੁੱਟਿਆ, ਔਰ ਜੋ ਅੱਜ ਕੱਲ੍ਹ ਕੁੜੀਆਂ ਦੇ ਐਲੀਗੇਸ਼ਨਸ ਹੁੰਦੇ ਨੇ ਮੁੰਡਿਆਂ ਪ੍ਰਤੀ, ਉਹੀ ਉਹਨਾਂ ਨੇ ਮੇਰੇ ਪ੍ਰਤੀ ਲਗਾਏ ਨੇ। ਅੱਛਾ, ਇਹ ਜਿਹੜਾ ਪੱਖ ਛਪਿਆ ਅਖਬਾਰ ਦੇ ਵਿੱਚ ਮੈਂ ਉਹ ਜ਼ਰੂਰ ਪੜ੍ਹ ਕੇ ਸੁਣਾਵਾਂਗਾ। ਇਹਦੇ 'ਚ ਲਿਖਿਆ ਹੈ ਜੀ ਮੋਹਾਲੀ पीड़ित पत्नी ने अपने पति व ससुराल पक्ष के खिलाफ महिला आयोग दिल्ली में शिकायत की है। पीड़िता ने बताया कि पति व उसके माँ बाप साजिश के तहत उसे बदनाम करने के लिए सभी को गुमराह कर रहे हैं। इसी साजिश के तहत उस पर झूठे आरोप भी लगाए जा रहे हैं। भी झूठे आरोप यही लगा रही नहीं अपनी नूंह ते। अगे लिखा है जी उसका फ़ोन भी गलत तरीके से टेप किया गया है। मतलब वो ये गल मनदी है कि ਉਹਦਾ फ़ोन टेप किया गया है ਤੇ ਉਹ ਗੱਲ ਵੀ ਇੰਡਾਇਰੈਕਟਲੀ ਇਹ ਮੰਨਦੀ ਹੈ। ਜੇ ਉਹਨੇ ਇਹ ਮੰਨ ਲਿਆ ਕਿ फ़ोन ਮੇਰਾ ਗਲਤ ਤਰੀਕੇ ਨਾਲ ਟੇਪ ਕੀਤਾ ਗਿਆ ਹੈ ਤਾਂ ਮਤਲਬ ਉਸ ਆਡੀਓ ਰਿਕਾਰਡਿੰਗਸ ਦੇ ਵਿੱਚ ਆਵਾਜ਼ ਉਸ ਕੁੜੀ ਦੀ ਹੀ ਹੈ। ਜੇ ਇਹ ਗੱਲ ਇਹ ਕਹਿ ਰਹੀ ਹੈ ਕਿ ਮੇਰਾ फ़ोन ਟੇਪ ਕੀਤਾ ਗਿਆ, ਇਟ ਮੀਨਸ ਉਹਨੇ ਮੰਨ ਲਿਆ ਕਿ ਹਾਂ ਇਹ ਆਵਾਜ਼ ਮੇਰੀ ਹੀ ਹੈ ਤੇ ਨਾਲ ਜਿਹੜਾ ਉਹਦਾ ਮਾਮਾ ਮੂੰਹ ਬੋਲਾ ਮਾਮਾ ਜਿਹੜਾ ਨਰੇਸ਼, ਉਹਦੀ ਆਵਾਜ਼ ਹੈਗੀ ਹੈ। ਇਹ ਗੱਲ ਤਾਂ ਸਾਫ਼ ਹੋਊਗੀ। ਮੇਰੇ ਖਿਆਲ 'ਚ ਤੁਹਾਡੇ 'ਤੇ ਇਲਜ਼ਾਮ ਤਾਂ ਕੀ ਲਾ ਰਹੀ ਹੈ ਤਾਂ ਆਪਣੇ ਆਪ ਮੰਨਦੀ ਪਈ ਹੈ ਵੀ ਆਡੀਓ ਮੇਰੀ ਹੈ। ਹਾਂਜੀ ਹਾਂਜੀ ਹਾਂਜੀ, ਇਹ ਤੁਹਾਡੇ ਕੇਸ ਨੂੰ ਮੇਰੇ ਖਿਆਲ ਮਜ਼ਬੂਤ ਕਰਤਾ ਉਹਨੇ। ਹਾਂਜੀ ਹਾਂਜੀ, ਉਹਦੇ ਵਿੱਚ ਇਹ ਵੀ ਇਹਨਾਂ ਨੇ ਲਿਖਿਆ ਹੈ ਕਿ ਮੈਂ ਪਹਿਲਾਂ ਵਿਆਹੀ ਨਹੀਂ ਹੋਈ ਹੈਗੀ। ਅੱਛਾ, ਵਿਆਹੀ ਨਹੀਂ ਹੋਈ, ਇਹ ਵੀ ਲਿਖਿਆ? ਇਹ ਵੀ ਲਿਖਿਆ, ਮੈਂ ਪੜ੍ਹ ਕੇ ਸੁਣਾਇਆ ਪਹਿਲਾਂ। ਲੇਕਿਨ ਅਸੀਂ ਤੁਹਾਨੂੰ ਉਸ ਬੰਦੇ ਨਾਲ ਵੀ ਗੱਲ ਕਰਵਾਵਾਂਗੇ, ਪਹਿਲਾ ਪਰਿਵਾਰ ਜਿੱਥੇ ਵਿਆਹ ਹੋਇਆ ਹੈ ਉਹਨਾਂ ਦੇ ਨਾਲ ਵੀ ਅਸੀਂ ਗੱਲ ਕਰਵਾਵਾਂਗੇ। ਇੱਕ ਵਾਰ ਪਹਿਲਾਂ ਐਂ ਕਰਦੇ ਹਾਂ ਕਿ ਉਹਨਾਂ ਦੇ ਵਾਈਫ ਦੇ ਨੰਬਰ 'ਤੇ ਵੀ ਟਰਾਈ ਕਰੀਏ ਨਰੇਸ਼ ਜੀ ਦੇ, ਤਾਂ ਜੋ ਜੇ ਨਰੇਸ਼ ਜੀ ਨਾਲ ਗੱਲ ਹੋ ਜਾਏ। ਅਸੀਂ ਜ਼ਿਆਦਾ ਗੱਲ ਨਹੀਂ ਕਰਾਂਗੇ, ਪੁੱਛਾਂਗੇ ਜੀ ਨਰੇਸ਼ ਜੀ ਨਾਲ ਗੱਲ ਕਰਨੀ ਹੈ, ਦੈਟਸ ਇਟ। ਜ਼ਿਆਦਾ ਆਪਾਂ ਗੱਲਬਾਤ ਨਹੀਂ ਕਰਾਂਗੇ। फ़ोन स्विच ऑफ है। मतलब नरेश जी पूरा एन अपने आप ਨੂੰ ਬਲੌਕ ਕਰਕੇ ਬੈਠੇ ਨੇ ਤਾਂ ਜੋ ਹੁਣ ਉਹਨਾਂ ਤੱਕ ਕੋਈ ਵੀ ਅਪਰੋਚ ਨਾ ਕਰ ਸਕੇ, ਸਵਾਲਾਂ ਦੇ ਜਵਾਬ ਉਹਨਾਂ ਨੂੰ ਨਾ ਦੇਣੇ ਪੈਣ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਹੁਣ ਉਹ ਬੁਰੀ ਤਰ੍ਹਾਂ ਨਾਲ ਘਿਰ ਚੁੱਕੇ ਨੇ। ਇੱਕ ਅਜਿਹਾ ਗਿਰੋਹ ਜੋ ਕਈ ਪਰਿਵਾਰਾਂ ਨੂੰ ਪਤਾ ਨਹੀਂ ਕਿੰਨੇ ਕੁ ਪਰਿਵਾਰਾਂ ਨੂੰ ਪਹਿਲਾਂ ਲੁੱਟ ਚੁੱਕਿਆ ਹੈ, ਕਿੰਨਿਆਂ ਦੀ ਤਿਆਰੀ ਸੀ ਤੇ ਆਉਣ ਵਾਲੇ ਸਮੇਂ 'ਚ ਕਿੰਨੇ ਕੁ ਹੋਰ ਲੁੱਟਣੇ ਸੀ। ਜਗਜੀਤ ਜੀ ਦੀ ਮੈਂ ਕਹਾਂਗਾ ਅਲਰਟਨੈਸ ਕਰਕੇ ਇਹ ਖੁਦ ਤਾਂ ਬਚੇ ਹੀ ਨਹੀਂ ਤੇ ਹੋਰ ਕਿੰਨਿਆਂ ਨੂੰ ਇਹਨਾਂ ਨੇ ਬਚਾਇਆ ਹੋਣਾ ਹੈ। ਚਲੋ ਉਹ फ़ोन नहीं ਚੱਕ ਰਹੇ, ਬਾਰ-ਬਾਰ फ़ोन ਆਪਾਂ ਟਰਾਈ ਕੀਤਾ ਹੈ ਤੇ ਉਹ ਨਾ ਪਰਿਵਾਰ ਦਾ ਕੋਈ ਕੰਟੈਕਟ ਨੰਬਰ ਹੈਗਾ ਪਹਿਲੇ ਵਾਲੇ ਪਰਿਵਾਰ ਦਾ ਤੁਹਾਡੇ ਕੋਲ? ਹਾਂਜੀ ਹਾਂਜੀ, ਉਹਨਾਂ ਦੇ ਪਰਿਵਾਰ ਦਾ ਨੰਬਰ ਹੈਗਾ। ਤੁਸੀਂ ਉਹ ਨੰਬਰ ਦੇ ਸਕਦੇ ਹੋ? ਹਾਂਜੀ, ਮੈਂ ਦੇ ਸਕਦਾ ਜੀ। ਇਹੀ ਨੰਬਰ ਹੈ ਜੀ। ਕਿਹੜਾ ਨੰਬਰ ਹੈ? 8930। ਓਕੇ। ਮੁੰਡੇ ਦਾ ਇੱਥੇ ਨਾਮ ਵੀ ਕਿਤੇ ਸੀਗਾ, ਇਹ ਪਹਿਲੇ ਵਿਆਹ ਦੇ ਡਾਈਵੋਰਸ ਪੇਪਰ ਨੇ ਜੋ ਫਾਈਲ ਹੋਇਆ ਜੀ, ਤੇ ਉਸ ਕੁੜੀ ਦੀ ਜਤਿੰਦਰ ਕੌਰ ਦੀ ਫੋਟੋ ਹੈ ਤੇ ਮੁੰਡੇ ਦਾ ਨਾਮ ਹੈਗਾ ਜੀ ਲਖਵਿੰਦਰ ਸਿੰਘ। ਠੀਕ ਹੈ, ਹੁਣ ਐਂ ਕਰਾਂਗੇ ਲਖਵਿੰਦਰ ਜੀ ਨੂੰ फ़ोन ਕਰਦੇ ਹਾਂ। 8930209292। ਤੁਹਾਡਾ ਵਿਆਹ 8 ਨਵੰਬਰ 2020 ਨੂੰ ਹੋਇਆ। 8 ਨਵੰਬਰ 2020 ਨੂੰ ਇਹਨਾਂ ਦਾ ਵਿਆਹ ਹੋਇਆ ਤੇ ਪਹਿਲੇ ਹੀ ਵਿਆਹ ਵਾਲਿਆਂ ਨੂੰ ਪੁੱਛਦੇ ਆ ਵੀ ਵਿਆਹ ਹੋਇਆ ਕਦੋਂ ਸੀ, ਕਿਉਂਕਿ ਕੁੜੀ ਤਾਂ ਕਹਿੰਦੀ ਹੈ ਕਿ ਜਗਜੀਤ ਨਾਲ ਵਿਆਹ ਹੋਣ ਤੋਂ ਪਹਿਲਾਂ ਮੈਂ ਕੁਵਾਰੀ ਸੀ, ਮੇਰਾ ਵਿਆਹ ਨਹੀਂ ਹੋਇਆ ਸੀ। फ़ोन मिलिया नहीं, दोबारा ट्राई करते हैं। क्योंकि ਜਿਹੜੇ ਕੋਰਟ ਦੇ ਕਾਗਜ਼ ਨੇ
ਸੁਵਿਧਾ ਸੈਂਟਰ ਕੁਰੂਕਸ਼ੇਤਰ ਤੋਂ ਇਹ ਕਢਵਾਈ ਹੋਈ ਹੈ ਕਾਪੀ ਜੀ, ਸੀਲ ਆਫ ਦ ਕੋਰਟ ਆਫ ਡਿਸਟ੍ਰਿਕਟ ਜੱਜ। ਤਾਂ ਇਹ ਤਾਂ ਝੂਠੇ ਨਹੀਂ ਹੋ ਸਕਦੇ। ਇਟ ਮੀਨਸ ਉਹ ਪਹਿਲਾਂ ਵਿਆਹੇ ਹੋਏ ਸੀ ਤੇ ਡਾਈਵੋਰਸ ਨਹੀਂ ਹੋਇਆ, ਡਾਈਵੋਰਸ ਫਾਈਲ ਕੀਤਾ ਹੋਇਆ ਸੀ ਉਹਨਾਂ ਨੇ ਪਹਿਲਾਂ। ਤੇ ਲਖਵਿੰਦਰ ਜੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਠਾਕੁਰ ਅਮਨਦੀਪ ਸਿੰਘ ਗੱਲ ਕਰ ਰਿਹਾ ਜੀ ਦ ਖਬਰਸਾਰ ਤੋਂ, ਚੰਡੀਗੜ੍ਹ ਤੋਂ। ਮੇਰੀ ਗੱਲ ਲਖਵਿੰਦਰ ਸਿੰਘ ਜੀ ਨਾਲ ਹੋ ਰਹੀ ਹੈ? ਮੈਂ ਰਵਿੰਦਰ ਸਿੰਘ ਬੋਲ ਰਿਹਾ ਜੀ। ਹਾਂਜੀ, ਕੁਰੂਕਸ਼ੇਤਰ ਤੋਂ ਮੈਂ ਰਵਿੰਦਰ ਸਿੰਘ ਬੋਲ ਰਿਹਾ ਜੀ। ਤੇ ਲਖਵਿੰਦਰ ਜੀ ਤੁਹਾਡੇ ਬ੍ਰਦਰ ਨੇ? ਹਾਂਜੀ, ਲਖਵਿੰਦਰ ਜੀ ਮੇਰੇ ਬ੍ਰਦਰ ਜੀ, ਲਖਵਿੰਦਰ ਜੀ ਨਾਲ ਗੱਲ ਹੋ ਸਕਦੀ ਹੈ? ਲਖਵਿੰਦਰ ਜੀ ਤੇ ਬਾਹਰ ਨੇ ਗਈ ਜੀ, ਵਿਰੋਧ ਚ ਫੋਰਨ ਚ। ਅੱਛਾ, ਫੋਰਨ 'ਚ ਨੇ। ਅੱਛਾ ਭਾਜੀ, ਮੈਂ ਕੁਝ ਚੀਜ਼ਾਂ ਤੁਹਾਡੇ ਕੋਲੋਂ ਕਨਫਰਮ ਕਰਨੀਆਂ ਸੀ। ਲਖਵਿੰਦਰ ਜੀ ਦਾ ਵਿਆਹ ਹੋਇਆ ਸੀ ਜੀ? ਹਾਂਜੀ, ਕਿਹਦੇ ਨਾਲ ਹੋਇਆ ਸੀ? ਜਤਿੰਦਰ ਕੌਰ ਨਾਲ ਜੀ। ਜਤਿੰਦਰ ਕੌਰ, ਉਹੀ ਜਤਿੰਦਰ ਕੌਰ ਹੈ ਜੋ ਕਿ ਵਿਲੇਜ ਖਾਨਪੁਰ ਲਬਾਣਾ, ਤਹਿਸੀਲ ਨਾਰਾਇਣਗੜ੍ਹ ਦੀ ਰਹਿਣ ਵਾਲੀ ਹੈ ਜੀ? ਹਾਂਜੀ ਹਾਂਜੀ, ਉਹੀ ਨੇ ਜੀ। ਤੇ ਵਿਆਹ ਕਦੋਂ ਹੋਇਆ ਸੀ? 2014 ਚ। 2014 ਵਿੱਚ ਵਿਆਹ ਹੋਇਆ ਸੀ। ਤੇ ਕਿੰਨਾ ਚਿਰ ਜਿਹੜਾ ਹੈ ਤੁਹਾਡਾ ਤੁਹਾਡੇ ਬ੍ਰਦਰ ਦਾ ਇਹਨਾਂ ਦੇ ਨਾਲ ਵਿਆਹ ਰਿਹਾ ਹੈ? ਤੇ ਤਕਰੀਬਨ 1.5 ਸਾਲ ਰਿਹਾ ਜੀ। ਤੇ ਕੋਰਟ ਚ ਕੇਸ ਚੱਲਦਾ ਇਹਨਾਂ ਦਾ ਜੀ, ਡਿਵੋਰਸ ਦਾ। ਡਾਈਵੋਰਸ ਹੋ ਗਿਆ? ਨਹੀਂ, ਹਜੇ ਨਹੀਂ ਹੋਇਆ ਜੀ। ਡਾਈਵੋਰਸ ਹਲੇ ਹੋਇਆ ਨਹੀਂ ਹੈ। ਤੁਹਾਨੂੰ ਪਤਾ ਹੈ ਕਿ ਉਹਨਾਂ ਨੇ ਇੱਕ ਵਿਆਹ ਹੋਰ ਕਰਵਾਇਆ ਜਗਜੀਤ ਜੀ ਦੇ ਨਾਲ, ਜੋ ਕਿ ਮੋਹਾਲੀ ਦੇ ਵਿੱਚ ਰਹਿੰਦੇ ਨੇ? ਹਾਂਜੀ ਹਾਂਜੀ, ਨਿਊਜ਼ ਤੋਂ ਸਾਨੂੰ ਪਤਾ ਲੱਗਾ ਜੀ, ਨਾਲੇ ਉਹਨਾਂ ਨਾਲ ਗੱਲ ਵੀ ਹੋਈ ਸੀ ਸਾਡੀ। ਅੱਛਾ, ਤੇ ਤੁਸੀਂ ਹੁਣ ਇਹ ਗੱਲ ਜਿਹੜੀ ਹੈ ਮਾਣਯੋਗ ਜੱਜ ਸਾਹਿਬ ਨੂੰ ਦੱਸੀ ਹੈ ਜੀ, ਅਦਾਲਤ ਵਿੱਚ ਦੱਸੀ ਹੈ ਵੀ ਇਹਨਾਂ ਨੇ ਡਾਈਵੋਰਸ ਜਿਹੜਾ ਫਾਈਲ ਕੀਤਾ ਹੋਇਆ ਹੈ, ਇਹ ਦੂਜਾ ਵਿਆਹ ਵੀ ਕਰਵਾ ਚੁੱਕੇ ਨੇ ਬਿਨਾਂ ਡਾਈਵੋਰਸ ਤੋਂ? ਹਾਂਜੀ, ਉਹ ਨਾ ਸਾਡੀ ਜੀ ਕਰੋਨਾ ਕਰਕੇ ਤਰੀਕ ਨਹੀਂ ਲੱਗਦੀ ਜੀ, ਆਪੇ ਅੱਗੇ ਹੋ ਜਾਂਦੀ ਹੈ ਜੀ। ਮਤਲਬ ਕਨਫਰਮ ਹੈ ਕਿ ਜਤਿੰਦਰ ਕੌਰ ਉਹੀ ਹੈ ਜਿਹਦਾ ਵਿਆਹ ਜਗਜੀਤ ਜੀ ਨਾਲ ਹੋਇਆ ਮੋਹਾਲੀ? ਹਾਂਜੀ 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 ਹਾਂਜੀ, ਉਹਨਾਂ ਦੀ ਜੀ ਜੀ ਜੀ। ਹਾਂਜੀ, ਬਸ ਅਸੀਂ ਹੁਣ ਤਰੀਕਾ ਇੱਧਰ ਸੈਸ਼ਨ ਕੋਰਟ ਚ ਖੁੱਲ੍ਹਦੇ ਨਹੀਂ ਨਾ ਤੇ ਜਦੋਂ ਜੀ 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 ਕੋਰਟ ਜੀ ਕਰੋਨਾ ਕਰਕੇ, ਤੇ ਉਹ ਡੇਟਾ ਅੱਗੇ ਦੇ ਦਿੰਦੇ। ਜੀ 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 ਜੀ। ਚਲੋ, ਬਹੁਤ ਬਹੁਤ ਧੰਨਵਾਦ ਭਾਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤਾਂ ਇਹ ਲਖਵਿੰਦਰ ਜੀ ਦੇ ਬ੍ਰਦਰ ਸੀ ਤੇ ਤਸਵੀਰਾਂ ਕੈਮਰਾ ਪਰਸਨ ਨੇ ਤੁਹਾਨੂੰ ਦਿਖਾਈਆਂ ਹੋਣਗੀਆਂ ਪਹਿਲੇ ਵਿਆਹ ਦੀਆਂ, ਯਾਨੀ ਕਿ ਲਖਵਿੰਦਰ ਜੀ ਦੇ ਵਿਆਹ ਦੇ ਨਾਲ, ਲਖਵਿੰਦਰ ਦੇ ਵਿਆਹ ਵੇਲੇ ਦੀਆਂ ਤਸਵੀਰਾਂ ਨੇ ਜਤਿੰਦਰ ਕੌਰ ਦੇ ਨਾਲ ਜਦੋਂ ਵਿਆਹ ਹੋਇਆ 2014 ਦੇ ਵਿੱਚ। ਤੇ 2020 ਵਿੱਚ ਜਦੋਂ ਹੁਣ 6 ਸਾਲ ਬਾਅਦ ਵਿਆਹ ਕਰਵਾਇਆ ਜਗਜੀਤ ਜੀ ਦੇ ਨਾਲ, ਉਹ ਤਸਵੀਰਾਂ ਵੀ ਤੁਹਾਡੇ ਸਾਹਮਣੇ ਪਈਆਂ ਨੇ ਇੱਥੇ। ਤੇ ਇਹ ਤਸਵੀਰਾਂ ਵੀ ਬੋਲਦੀਆਂ ਨੇ ਕਿ ਡਾਈਵੋਰਸ ਹਲੇ ਹੋਇਆ ਨਹੀਂ, ਵਿਆਹ ਦੂਜਾ ਕਰਵਾ ਲਿਆ। ਤੇ ਮੂੰਹ ਬੋਲਾ ਮਾਮਾ ਜਿਹਦੇ ਨਾਲ ਮੂੰਹ ਕਾਲਾ ਕਰਵਾਉਂਦੀ ਰਹੀ ਹੈ ਇਹ ਕੁੜੀ, ਜਾਂ ਫਿਰ ਕਹਿ ਲਓ ਕਿ ਇਹ ਮਾਮਾ ਮੂੰਹ ਕਾਲਾ ਕਰਵਾਉਂਦਾ ਰਿਹਾ ਹੈ ਭਾਂਜੀ ਨਾਲ। ਇਹ ਉਹ ਹੈ ਜੀ, ਚਸ਼ਮਾ ਲਾ ਕੇ ਜਿਹੜਾ ਬੈਠਾ ਹੈ ਨਰੇਸ਼ ਜੀ। ਇਹ ਨਰੇਸ਼ ਜੀ ਨੇ। ਉੱਥੇ ਤਸਵੀਰ ਦੇ ਵਿੱਚ ਵੀ ਦੂਜੇ ਨੰਬਰ ਦੀ ਫੋਟੋ ਦੇ ਵਿੱਚ ਵੀ ਮੂੰਹ ਬੋਲਾ ਮਾਮਾ ਨਾਲ ਬੈਠਾ ਹੈ ਜੀ, ਨਵੀਂ ਵਿਆਹੀ ਹੋਈ ਜੋੜੀ। ਤੇ ਨਵਾਂ ਵਿਆਹ ਹੋਇਆ ਤਾਂ ਜਗਜੀਤ ਜੀ ਸੀਗੇ, ਉਹ ਤਾਂ ਪੁਰਾਣੀ ਵਿਆਹੀ ਹੋਈ ਸੀ। ਤੇ ਹੁਣ ਫਿਲਹਾਲ ਇਹ ਜਿਹੜਾ ਮਾਮਲਾ ਹੈ ਕੋਰਟ ਦੇ ਵਿੱਚ ਹੈ। ਸਤਨਾਮ ਜੀ ਵੀ ਸਾਡੇ ਨਾਲ ਬੈਠੇ ਨੇ। ਸਤਨਾਮ ਜੀ, ਕੁੜੀਆਂ ਵੱਲੋਂ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਵੀ ਕੁੜੀ ਪੀੜਿਤ ਹੋ ਗਈ, ਦਹੇਜ ਮੰਗਿਆ, ਇਹ ਮੰਗਿਆ। ਇਹ ਜਿਹੜਾ ਮਾਮਲਾ ਸਾਹਮਣੇ ਆਇਆ ਜਗਜੀਤ ਜੀ ਦਾ, ਇਹ ਅਜਿਹਾ ਮਾਮਲਾ ਤੁਸੀਂ ਪਹਿਲਾਂ ਕਦੇ ਸੁਣਿਆ? ਸੁਣਿਆ ਵੀ ਹੈ, ਪੜ੍ਹਿਆ ਵੀ ਹੈ, ਪਰ ਦੇਖੇ ਘੱਟ ਹੈ। ਅਸੀਂ ਅਕਸਰ ਕੁੜੀਆਂ ਦੇ ਹੱਕ 'ਚ ਹੀ ਖੜਦੇ ਹਾਂ। ਸਾਨੂੰ ਲੱਗਦਾ ਵੀ ਕੁੜੀਆਂ ਨਾਲ ਹੀ ਹਮੇਸ਼ਾ ਧੱਕਾ ਹੁੰਦਾ। ਪਰ ਇਹ ਵਿਆਹ ਤੋਂ ਹਫ਼ਤਾ ਕੁ ਬਾਅਦ ਹੀ ਸਾਡੇ ਕੋਲ ਕੇਸ ਪਹੁੰਚ ਗਿਆ ਸੀ। ਅਸੀਂ ਪੂਰੀ ਜਦੋਂ ਇਹਨਾਂ ਨੇ ਇਨਵੈਸਟੀਗੇਸ਼ਨ ਕੀਤੀ, ਸਾਰੇ ਸਬੂਤ ਦੇਖੇ, ਸਾਨੂੰ ਪਤਾ ਲੱਗਾ ਵੀ ਸਰਿਆਮ ਇਹਨਾਂ ਨਾਲ ਧੱਕਾ ਹੋ ਰਿਹਾ। ਅਸੀਂ ਸਬੂਤਾਂ ਦੇ ਆਧਾਰ 'ਤੇ ਫਿਰ ਅੱਗੇ ਆਪਣੀ ਕਾਰਵਾਈ ਸ਼ੁਰੂ ਕੀਤੀ ਹੈ। ਤੇ ਇਹਨੂੰ ਜਦੋਂ ਖਤਰਾ ਬਣ ਗਿਆ, ਆਪਣੇ ਘਰੇ ਨਹੀਂ ਰੁਕਦੇ ਸੀ। ਇਹ 15 ਦਿਨ ਘਰ ਤੋਂ ਬਾਹਰ ਰਹੇ, ਘਰ ਨੂੰ ਤਾਲਾ ਲੱਗ ਜਾਂਦਾ ਸੀ, ਜਾਂ ਔਰਤਾਂ ਹੁੰਦੀਆਂ ਸੀ ਘਰ 'ਚ, ਖਤਰਾ ਸੀ ਕਿ ਇਹਨੂੰ ਮਾਰਿਆ ਜਾਏਗਾ। ਕਿਉਂਕਿ ਪੁਰਾਣੇ ਵਿਆਹ ਦੇ ਵਿੱਚ ਜਿੱਥੇ ਸੀ ਉੱਥੇ ਵੀ 30 40 ਗੁੰਡੇ ਹਮਲਾ ਕਰਦੇ ਰਹੇ ਹੈ। ਤੇ ਪਿੰਡ ਵਾਲਿਆਂ ਨੇ ਦੱਸਿਆ ਕਿ ਬਹੁਤ ਵਾਰੀ ਉਹਨੇ ਇੱਥੇ ਹਮਲਾ ਕੀਤਾ ਤੇ ਇਹਨਾਂ ਨੂੰ ਵੀ ਖਤਰਾ ਸੀ। ਤੇ ਜਦੋਂ ਸਾਡੇ ਕੋਲ ਸਬੂਤ ਆ ਗਏ, ਜਿਹੜੀ ਆਡੀਓ ਤੁਸੀਂ ਸੁਣਾਈਆਂ, ਇਸ ਤਰ੍ਹਾਂ ਦੀ ਸੈਂਕੜੇ ਆਡੀਓ ਮੈਂ ਸੁਣ ਚੁੱਕਿਆ। ਉਹ ਸਾਰੀਆਂ ਆਡੀਓ ਸੁਣਨ ਤੋਂ ਬਾਅਦ ਫਿਰ ਅਸੀਂ ਪੁਲਿਸ ਨੂੰ ਇਨਵੈਸਟੀਗੇਸ਼ਨ ਲਈ ਕੇਸ ਦਿੱਤਾ। ਨਾਲੇ ਹੁਣ ਤਾਂ ਕੁੜੀ ਮੇਰੇ ਖਿਆਲ ਆਪ ਮੰਨੇ ਆ, ਉਹਦੇ ਬਿਆਨ ਛਪਿਆ ਕਿ ਮੇਰਾ ਫੋਨ ਗਲਤ ਤਰੀਕੇ ਨਾਲ ਟੇਪ ਕੀਤਾ ਗਿਆ। ਮਤਲਬ ਕੀ ਕੁੜੀ ਨੇ ਮੰਨ ਲਿਆ ਕਿ ਆਵਾਜ਼ ਉਹਦੀ ਹੈ? ਦੇਖੋ, ਹੈਰਾਨੀ ਸਾਨੂੰ ਇਹ ਹੋਈ ਕਿ ਜਿਸ ਦਿਨ ਅਸੀਂ ਐਸਐਸਪੀ ਨੂੰ ਕੰਪਲੇਂਟ ਦਿੱਤੀ ਹੈ, ਉਸ ਤੋਂ ਦੂਜੇ ਦਿਨ ਹੀ ਇਹਨਾਂ ਦੇ ਘਰ 'ਤੇ ਹਮਲਾ ਹੋ ਗਿਆ। ਜਦੋਂ ਘਰ 'ਤੇ ਹਮਲਾ, ਉਹ ਵੀਡੀਓ ਵੀ ਆਪਣੇ ਕੋਲ ਹੈਗੀ, CCTV ਲਗਵਾ ਲਈ ਸੀ ਆਪਾਂ। ਉਸ ਤੋਂ ਬਾਅਦ ਜਦੋਂ ਲੜਾਈ ਝਗੜਾ ਟਾਲ ਦਿੱਤਾ ਗਿਆ, ਜਦੋਂ ਇਹ ਮੁੰਡਾ ਘਰ ਤੋਂ ਬਾਹਰ ਨਿਕਲਿਆ ਕੁਝ ਘੰਟੇ ਬਾਅਦ 1 ਕਿਲੋਮੀਟਰ ਦੂਰ ਜਾ ਕੇ ਇਹਨੂੰ ਕੁੱਟਿਆ ਮਾਰਿਆ ਗਿਆ। ਇਹ ਐਡਮਿਟ ਰਹੇ ਹਸਪੀਟਲ 'ਚ। ਉਹਦੀ ਅਸੀਂ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ। ਉਹ ਕੰਪਲੇਂਟ ਦੀ FIR ਹੋਈ ਹੈ?
ਨਹੀਂ ਹਾਲੇ ਤੱਕ ਨਹੀਂ ਐਫ ਆਈ ਆਰ। ਕਦੋਂ ਕਰਵਾਈ ਸੀ ਕੰਪਲੇਂਟ? ਇਹ ਸਰ ਜਿਹੜੇ ਬਿਆਨ ਹੋਏ ਸੀ ਮੇਰੇ 6 ਤਰੀਕ ਨੂੰ ਹੋ ਗਏ ਸੀ, 5-6 ਤਰੀਕ ਨੂੰ ਹੋ ਗਏ ਸੀ, 6 ਤਰੀਕ ਨੂੰ ਬਿਆਨ ਹੋਏ ਸੀਗੇ। 6 ਦਸੰਬਰ? ਹਾਂਜੀ ਹਾਂਜੀ 6 ਦਸੰਬਰ। ਹੁਣ ਤੱਕ ਵਾਵਾ ਟਾਈਮ ਹੋ ਗਿਆ, ਹਾਲੇ ਤੱਕ ਕੰਪਲੇਂਟ ਤੇ ਇੱਕ ਕਾਰਵਾਈ ਕਿਉਂ ਨਹੀਂ ਹੋਈ? ਐਮਐਲਆਰ ਵੀ ਕੱਟੀ ਹੋਈ ਹੈ। ਅਸਲ ਵਿੱਚ ਜਿਹੜੇ ਅਜਿਹੇ ਗੁੰਡੇ ਲੋਕ ਹੁੰਦੇ ਆ, ਅਜਿਹੇ ਗਰੋਹ ਹੁੰਦੇ ਆ, ਇਹਦੇ ਲਗਭਗ ਸਾਰੇ ਲੋਕਾਂ ਦੇ ਕਿਸੇ ਨਾ ਕਿਸੇ ਪੁਲਿਸ ਅਫਸਰ ਨਾਲ ਲਿੰਕ ਹੁੰਦੇ ਆ। ਜਿਹੜਾ ਇਹ ਮਾਮਾ ਹੈ, ਮੂੰਹ ਬੋਲਾ ਮਾਮਾ ਸੋ ਕਾਲਡ, ਨਰੇਸ਼ ਜੀ ਦਾ ਨਾਮ ਹੈਗਾ, ਜਿਹਦੀ ਫੋਟੋ ਤੁਹਾਡੇ ਹੱਥ ਵਿੱਚ ਹੈ। ਮੈਂ ਕੈਮਰਾ ਪਰਸਨ ਨੂੰ ਕਹਾਂਗਾ ਇਹ ਫੋਟੋ ਜ਼ਰੂਰ ਦੇਖੋ। ਇਹ ਫੋਟੋ ਬਿਲਡਰ ਕੰਸਟਰਕਸ਼ਨ ਕਹਿੰਦੇ ਕੰਮ ਹੈਗਾ ਇਹਦਾ ਕੰਸਟਰਕਸ਼ਨ ਦਾ। ਹੋ ਸਕਦਾ ਹੈ ਕਿ ਕਿਤੇ ਇਹਨੇ ਤਾਂ ਨਹੀਂ ਦਬਾਅ ਬਣਵਾਇਆ? ਦੇਖੋ ਜੀ, ਬਿਲਕੁਲ ਬਣਾਇਆ ਹੋ ਸਕਦਾ। ਇੱਕ ਫੋਟੋ ਹੈ ਮੇਰੇ ਕੋਲੇ, ਇਹ ਇਹਨਾਂ ਦੇ ਵਿਆਹ ਦੀ ਹੈ ਜੀ। ਆ ਜਿਹੜਾ ਮੂੰਹ ਬੋਲਿਆ ਮਾਮਾ ਹੈ ਕਾਲੇ ਕੋਟ ਵਾਲਾ, ਇਹਦੇ ਨਾਲ ਇੱਕ ਹੋਰ ਬੰਦਾ ਜਿਹੜਾ ਇਹਨਾਂ ਦੇ ਕਹਿਣ ਦੇ ਮੁਤਾਬਕ ਉਹ ਪੁਲਿਸ ਦਾ ਐਸਪੀ ਹੈ, ਹਰਿਆਣਾ ਪੁਲਿਸ ਦਾ ਇੱਕ ਐਸਪੀ ਹੈ, ਇਹਨਾਂ ਦੇ ਕਹਿਣ ਦੇ ਮੁਤਾਬਕ। ਤੇ ਇਹ ਐਸਪੀ ਇਹਨਾਂ ਦੀ ਮਦਦ ਕਰਦਾ। ਜੇ ਐਸਪੀ ਹਰਿਆਣੇ ਚ ਇਹਨਾਂ ਦੀ ਮਦਦ ਕਰਦਾ ਤੇ ਇੱਕ ਆਡੀਓ ਚ ਕਿਸੇ ਪੁਲਿਸ ਅਫਸਰ ਦਾ ਪੰਜਾਬ ਦੇ ਦਾ ਮੋਹਾਲੀ ਜ਼ਿਲ੍ਹੇ ਦਾ ਨਾਮ ਲਿਆ ਜਾ ਰਿਹਾ। ਇੱਦਾਂ ਦਾ ਦੋਨੋਂ ਪਾਸੇ ਪੁਲਿਸ ਵਿੱਚ ਇਹਨਾਂ ਦੀ ਸਾਂਠ-ਗਾਂਠ ਹੁੰਦੀ ਹੈ ਛੋਟੇ ਲੈਵਲ ਤੇ। ਹੁਣ ਕਿਉਂਕਿ ਐਸਐਸਪੀ ਸਾਹਿਬ ਨਵੇਂ ਆ ਗਏ ਆ, ਉਹ ਥੋੜੇ ਸਖਤ ਹੈ, ਮੈਨੂੰ ਲੱਗਦਾ ਕਾਰਵਾਈ ਹੋ ਜਾਏਗੀ। ਪਰ ਜਦੋਂ ਇਹ ਇਨਵੈਸਟੀਗੇਸ਼ਨ ਹਾਲੇ ਚੱਲ ਰਹੀ ਹੈ, ਮਟੌਰ ਥਾਣੇ ਦੇ ਵਿੱਚ 25-30 ਗੁੰਡੇ ਇਹਨਾਂ ਨੂੰ ਘੇਰਨ ਵਾਸਤੇ ਆਏ, ਉੱਥੋਂ ਪੁਲਿਸ ਦੀ ਸਹਾਇਤਾ ਨਾਲ ਬਾਹਰ ਨਿਕਲੇ। ਮੈਨੂੰ ਇਹਨੇ ਫੋਨ ਕੀਤਾ, ਅਸੀਂ ਪੁਲਿਸ ਦੇ ਨਾਲ ਦਖਲਅੰਦਾਜ਼ੀ ਨਹੀਂ ਕਰਦੇ, ਆਪਣੀ ਇਨਵੈਸਟੀਗੇਸ਼ਨ ਹੋ ਜਾਏ। ਪਰ ਮੇਰੀ ਹੈਰਾਨੀ ਤੇ ਹੱਦ ਰਹੀ ਜਦੋਂ ਐਸਐਸਪੀ ਦਫ਼ਤਰ ਅਸੀਂ ਡੀਐਸਪੀ ਸਾਹਿਬ ਕੋਲ ਗਏ, ਇਹ ਪਹਿਲੇ ਸੀ, ਮੈਂ ਵੈਸੇ ਪਹੁੰਚਿਆ ਤਾਂ 30-40 ਗੁੰਡੇ ਬਾਹਰ ਵੀ ਸੀ। ਇਹਨੂੰ ਡਰ ਸੀਗਾ ਕਿ ਕੁੱਟਣਗੇ, ਮਾਰਨਗੇ ਐਸਐਸਪੀ ਦਫ਼ਤਰ ਜਦੋਂ ਬਾਹਰ ਆਵਾਂਗੇ। ਤੇ ਕੁਦਰਤੀ ਸਾਡੇ ਨਾਲ ਕੁਝ ਬੰਦੇ ਸੀ, ਪਰ ਮੈਂ ਇਕੱਲਾ ਹੀ ਉਹਨਾਂ ਨੂੰ ਮਿਲਣ ਗਿਆ। ਉਹਨੂੰ ਸਾਰੀ ਗੱਲਬਾਤ ਦੱਸੀ ਵੀ ਤੁਸੀਂ ਦੱਸੋ ਜੀ, ਅਸੀਂ ਮੁੰਡੇ ਵਾਲੇ ਦੀ ਮਦਦ ਕਰਨੀ ਚਾਹੁੰਦੇ। ਅਸੀਂ ਦੱਸਿਆ ਤੁਸੀਂ ਕੁੜੀ ਵਾਲਿਆਂ ਦੀ ਕਿਉਂ ਮਦਦ ਕਰਨਾ ਚਾਹੁੰਦੇ। ਉਹਨੇ ਦਾਜ ਦੇ ਆਰੋਪ ਲਾਏ, ਕੁੱਟਮਾਰ ਦੇ ਆਰੋਪ ਲਾਏ, ਉਹ ਝੂਠੇ ਸੀ। ਜਿਹੜੀ ਆਡੀਓ ਹੈ ਮੈਂ ਉਹਨੂੰ ਦੱਸਿਆ ਵੀ ਮੇਰੇ ਕੋਲ ਸਬੂਤ ਹੈ, ਅਸੀਂ ਇਸ ਲਈ ਮੁੰਡੇ ਵਾਲਿਆਂ ਦਾ ਮਦਦ ਕਰਨ ਲੱਗੇ ਹਾਂ, ਜੇ ਤੁਸੀਂ ਇਹਨੂੰ ਝੂਠਾ ਸਾਬਤ ਕਰ ਦਿਓ ਅਸੀਂ ਕੁੜੀ ਵਾਲੇ ਵੱਲ ਹੋ ਜਾਵਾਂਗੇ। ਤੇ ਉਸ ਤੋਂ ਬਾਅਦ ਉਹ ਗੁੰਡੇ ਗਾਂਡੇ ਨਹੀਂ ਆਏ, ਪਰ ਇਹ ਘਰ ਅੱਜ ਪਹਿਲੀ ਵਾਰ ਰਾਤ ਰੁਕਣਗੇ। ਹੁਣ ਤੱਕ ਇਹ ਘਰ ਨਹੀਂ ਰੁਕਦੇ ਸੀ, ਇਸ ਕਰਕੇ ਇਹਨੂੰ ਝੂਠੇ ਕੇਸਾਂ 'ਚ ਪੂਰਾ ਖਤਰਾ ਸੀ। ਤੇ ਹੁਣ ਵੀ ਹੈਗਾ ਹੈ, ਹਰਿਆਣਾ ਪੁਲਿਸ ਤੋਂ ਫੋਨ ਵੀ ਆ ਰਹੇ ਆ, ਗੁੰਡਿਆਂ ਦਾ ਵੀ ਪੂਰਾ ਖਤਰਾ ਹੈ। ਤੇ ਹੁਣ ਕਿਉਂਕਿ ਇਹਨਾਂ ਬੰਦਿਆਂ ਦੀ ਬਦਨਾਮੀ ਹੋਗੀ, ਇਹ ਵੀ ਕੋਈ ਸਖਤ ਸਟੈਪ ਚੱਕ ਸਕਦੇ ਆ। ਔਰ ਇੰਨੇ ਖਤਰਨਾਕ ਬੰਦੇ ਆ, ਇਹ ਕਦੇ ਕਿਸੇ ਨੂੰ ਰੇਪ ਦੇ ਕੇਸ ਪਛਾ ਦਿੰਦੇ ਆ। ਦੇਖੋ ਰੇਪ ਦਾ ਪਰਚਾ ਦਰਜ ਕਰਾਇਆ ਕਿਸੇ ਨੇ। ਉਹੀ ਤਾਂ ਨਹੀਂ ਜਿਹੜਾ ਲਖਵਿੰਦਰ ਦੇ ਭਰਾ ਦੀ ਗੱਲ ਤਾਂ ਨਹੀਂ ਹੈ ਕਿ ਉਸ ਤੇ ਰੇਪ ਦਾ ਪਰਚਾ ਵੀ ਦਰਜ ਹੋਇਆ। ਆ ਇੱਕ ਹੋਰ ਮੇਰੇ ਕੋਲ ਖਬਰ ਹੈਗੀ ਹੈ, ਇੱਕ ਜਿਹੜਾ ਵਿਆਹ ਪੁਰਾਣੇ ਲਖਵਿੰਦਰ ਦੇ ਵਕੀਲ ਸੀਗਾ ਤੇ ਹੋਰ ਨਾਲ ਸੀ, ਉਹਨਾਂ ਤੇ ਅਪਹਰਨ ਦਾ ਮਾਮਲਾ ਦਰਜ ਕਰਾ ਲਿਆ ਕਿ ਬਾਹਾਂ ਬੰਨ੍ਹ ਕੇ ਪੁਲ ਦੇ ਨੀਚੇ ਸੁੱਟ ਦਿੱਤਾ ਗਿਆ। ਫਿਰ ਪੁਲਿਸ ਨੂੰ ਫੋਨ ਕਰ ਲਿਆ ਕਿ ਸਾਡੀ ਕੁੜੀ ਨੂੰ ਬਰਾਮਦ ਕਰੋ, ਮਾਰ ਦਿੱਤੀ ਹੈ, ਲਾਸ਼ ਖੁਰਦ-ਬੁਰਦ ਕਰ ਦਿੱਤੀ ਹੈ। ਇਹ ਉਹਦੀ ਐਫ ਆਈ ਆਰ ਦਰਜ ਵੀ ਹੈ। ਇਸ ਤਰ੍ਹਾਂ ਦੇ 5-7 ਜਦੋਂ ਅਸੀਂ ਐਫ ਆਈ ਆਰ ਦੇਖੀ, ਖਬਰਾਂ ਦੇਖੀਆਂ ਤੇ ਹੋਰ ਕੇਸ ਦੇਖ ਕੇ ਸਾਨੂੰ ਲੱਗਿਆ ਵੀ ਇਹ ਤਾਂ ਛਾਤਰ ਗੈਂਗ ਹੈਗਾ। ਉਸ ਤੋਂ ਬਾਅਦ ਹੀ ਅਸੀਂ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਮਦਦ ਕਰ ਰਹੇ ਹਾਂ, ਸਬੂਤ ਦਿੱਤੇ ਹੈ ਤੇ ਮੀਡੀਆ 'ਚ ਵੀ ਗੱਲ ਲੈ ਕੇ ਗਏ ਹਾਂ। ਤੇ ਉਮੀਦ ਹੈ ਪੁਲਿਸ ਛੇਤੀ ਕਾਰਵਾਈ ਕਰ ਦੇਗੀ, ਕਿਉਂਕਿ ਇਹਨਾਂ ਦਾ ਬਚਾਅ ਹੀ ਤਾਂ ਜੇ ਪੁਲਿਸ ਐਫ ਆਈ ਆਰ ਦਰਜ ਕਰ ਦੇਗੀ। ਨਹੀਂ ਵੈਸੇ ਦੇਖੋ, ਇਹ ਸਵਾਲ ਮੈਨੂੰ ਨਹੀਂ ਪਤਾ ਮੈਨੂੰ ਕਰਨਾ ਚਾਹੀਦਾ ਕਿ ਨਹੀਂ, ਲੇਕਿਨ ਇਹ ਇਸ ਕੇਸ ਦੇ ਨਾਲ ਤਾਲੁਕ ਰੱਖਦਾ ਸਵਾਲ, ਇਸ ਕਰਕੇ ਮੈਨੂੰ ਕਰਨਾ ਪੈਣਾ ਹੈ। ਵੈਸੇ ਤਾਂ ਉਸ ਆਡੀਓ ਤੋਂ ਕਲੀਅਰ ਹੋ ਚੁੱਕਿਆ ਹੈ, ਲੇਕਿਨ ਤੁਸੀਂ ਕੋਈ ਸਰੀਰਕ ਸੰਬੰਧ ਬਣਾਏ ਸੀ ਜਾਂ ਨਹੀਂ? ਨਹੀਂ ਜੀ, ਮੇਰੇ ਨਾਲ ਸਰੀਰਕ ਸੰਬੰਧ ਬਣਾਉਂਦੇ ਨਹੀਂ। ਤੁਸੀਂ ਆਡੀਓ 'ਚ ਸੁਣਿਆ ਕਿ ਵੀ ਮੁੱਦੇ ਪੈ ਜਾ ਕਰ, ਸਾਈਡ ਪਿੱਠ ਕਰਕੇ ਸੋ ਜਾ ਕਰ, ਇਹਦੇ ਲੱਤ ਮਾਰ, ਮਤਲਬ ਉਹ ਜੋ ਚੀਜ਼ ਉਹ ਰਿਕਾਰਡਿੰਗਸ 'ਚ ਉਹਨਾਂ ਨੇ ਕਹੀਆਂ ਉਹ ਮੇਰੇ ਨਾਲ ਉਹਨਾਂ ਨੇ ਕੀਤੀਆਂ। ਅਕਸਰ ਵਿਆਹ ਤੋਂ ਬਾਅਦ ਬੜਾ ਚਾਅ ਹੁੰਦਾ ਪਹਿਲੀ ਰਾਤ ਦਾ, ਤੇ ਉਸ ਦਿਨ ਕੀ ਹੋਇਆ ਸੀ? ਉਸ ਦਿਨ ਵੀ ਇਹ ਲੜਾਈ ਹੋਈ ਜਾਂ ਕੀ ਹੋਇਆ? ਉਸ ਦਿਨ ਇਹਨਾਂ ਨੇ ਉਲਝਾ ਕੇ ਰੱਖਿਆ, ਮੈਨੂੰ ਪ੍ਰੋਬਲਮ ਹੈ, ਮੈਨੂੰ ਇਹ ਹੈ, ਮੈਨੂੰ ਉਹ ਹੈ। ਤੇ ਮੈਂ ਕਿਹਾ ਸ਼ਾਇਦ ਹੋਏਗੀ ਕੋਈ ਪ੍ਰੋਬਲਮ ਹੋਏਗੀ। ਤਾਂ ਫਿਰ ਉਸ ਦਿਨ ਵੀ ਆਪਣੇ ਅੰਦਰ ਆਪਣਾ ਦੋਨਾਂ ਦਾ ਕੋਈ ਸੰਬੰਧ ਨਹੀਂ ਬਣਿਆ। ਮੈਂ ਮਾਫੀ ਚਾਹਾਂਗਾ, ਲੇਕਿਨ ਇਹ ਸਵਾਲ ਪੁੱਛਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਇਹ ਸਵਾਲ ਇਸ ਕੇਸ ਨਾਲ ਸਿੱਧੇ ਤੌਰ 'ਤੇ ਤਾਲੁਕ ਰੱਖਦਾ ਹੈ। ਕਿਉਂਕਿ ਮਾਮਾ ਕਹਿ ਰਿਹਾ ਹੈ ਵੀ ਬੱਚਾ ਮੇਰਾ ਹੋਣਾ ਹੈ, ਅਸੀਂ ਇਹਦੀ ਗੱਲ ਪਾ ਦਾਂਗੇ। ਤੇ ਇਹਨਾਂ ਦਾ ਕਹਿਣਾ ਹੈ, ਨਾਲੇ ਜਿਹੜੀ ਆਡੀਓ ਕਲਿੱਪਸ ਹੈ ਉਸ ਤੋਂ ਵੀ ਸਾਫ਼ ਹੁੰਦਾ ਹੈ ਕਿ ਫਿਜ਼ੀਕਲ ਰਿਲੇਸ਼ਨ ਕਦੇ ਬਣਿਆ ਹੀ ਨਹੀਂ। ਮਾਤਾ ਜੀ ਵੀ ਸਾਡੇ ਨਾਲ ਬੈਠੇ ਨੇ, ਮਾਤਾ ਜੀ ਨਾਲ ਗੱਲਬਾਤ ਕਰਾਂਗੇ। ਮਾਤਾ ਜੀ ਨੂੰ ਪੁੱਛਾਂਗੇ ਕਿ ਮਾਵਾਂ ਨੂੰ ਬੜੇ ਚਾਅ ਹੁੰਦੇ ਨੇ ਕਿ ਪੁੱਤਾਂ ਦੇ ਵਿਆਹ ਹੋਣੇ ਨੇ, ਪੁੱਤ ਵਿਆਹਿਆ ਜਾਏਗਾ ਤੇ ਨੂੰਹ ਰਾਣੀ ਘਰ ਆਣੀ ਹੈ। ਮਾਤਾ ਜੀ ਤੁਹਾਨੂੰ ਵੀ ਚਾਅ ਹੋਣਾ? ਬਹੁਤ ਚਾਅ ਸੀ ਮੈਨੂੰ, ਤੇ ਬਹੁਤ ਜ਼ਿਆਦਾ ਚਾਅ ਸੀ ਵਿਆਹ ਦਾ। ਮੈਂ ਬੜੇ ਚਾਅ ਨਾਲ ਵਿਆਹ ਕੀਤਾ, ਕੋਈ ਇਹਦਾ ਅਰਮਾਨ ਨਹੀਂ ਛੱਡਿਆ ਵੀ ਜਿਹੜਾ ਮੇਰੇ ਵਿਆਹ ਵਿੱਚ ਨਹੀਂ ਕੀਤਾ। ਪਰ ਮੈਨੂੰ ਨਹੀਂ ਪਤਾ ਵੀ ਮੈਨੂੰ ਐਡਾ ਵੱਡਾ ਧੋਖਾ ਮਿਲਣਾ, ਇਵੇਂ ਦੇ ਜੀ ਮਿਲਨੇ ਨੇ। ਮੇਰੇ ਅੱਗੇ ਵੀ 2 ਨੂੰਹਾਂ ਨੇ, ਮੈਂ ਕਦੀ ਘਰ ਦੇ ਵਿੱਚ ਇਦਾਂ ਦੀ ਕੋਈ ਗੱਲਬਾਤ ਨਹੀਂ ਹੈਗੀ। ਪਰ ਇਹਨਾਂ ਨੇ ਤਾਂ ਇੰਨਾ ਕੁ ਮਤਲਬ ਮੇਰੇ ਮੁੰਡੇ ਨੂੰ ਟੌਰਚਰ ਕੀਤਾ, ਇੰਨਾ ਕੁ ਟੌਰਚਰ ਕੀਤਾ। ਪਹਿਲਾਂ ਤਾਂ ਚਲੋ ਨਹੀਂ, 1 ਦਿਨ ਦੱਸਿਆ, 2 ਦਿਨ ਦੱਸਿਆ, ਤੀਜੇ ਦਿਨ ਮੈਂ ਇਹਨੂੰ ਆਪ ਹੀ ਪੁੱਛਿਆ, ਕਾਕਾ ਤੇਰਾ ਮੂੰਹ ਉਤਰਿਆ ਹੈ, ਚੱਕਰ ਕੀ ਹੈ? ਮੈਨੂੰ ਵਿਆਹ ਤੋਂ ਬਾਅਦ ਖੁਸ਼ ਹੁੰਦਾ ਬੰਦਾ। ਤੈਨੂੰ ਖੁਸ਼ੀ ਹੋਣੀ ਚਾਹੀਦੀ, ਤੂੰ ਤੇਰਾ ਮੂੰਹ ਸੁੱਕਿਆ ਲੱਗਦਾ ਮੈਨੂੰ। ਨਹੀਂ ਮੰਮੀ ਕੁਛ ਨਹੀਂ। ਮੈਂ ਕਿਹਾ ਕੁਛ ਤੇ ਹੈਗਾ, ਮੈਨੂੰ ਦੱਸ ਦੇ, ਨਹੀਂ ਤੇ ਫਿਰ ਮੈਂ ਤੈਨੂੰ ਮਾਰਾਂਗੀ। ਫਿਰ ਇਹਨੇ ਮੈਨੂੰ ਕਿਹਾ ਮੰਮੀ ਮੇਰੇ ਨਾਲ ਇਸ ਤਰ੍ਹਾਂ ਗੱਲ ਹੋਈ ਹੈ ਤੇ ਇਦਾਂ ਕਰਦੀ ਹੈ ਮੇਰੇ ਨਾਲ। ਮੈਂ ਕਿਹਾ ਫਿਰ ਕਾਕਾ ਇਹ ਤੇ ਕੋਈ ਗੜਬੜ ਹੈਗੀ ਹੈ, ਇਹ ਤੇ ਕੰਮ ਉਲਟਾ ਹੋ ਗਿਆ। ਫਿਰ ਚਲੋ ਮੈਂ ਮੁੰਡੇ ਨੂੰ ਸਮਝਾਇਆ ਕੋਈ ਗੱਲ ਨਹੀਂ, ਜੇ ਗਲਤ ਵੀ ਹੈ ਤੂੰ ਚੁੱਪ ਰਹਿ, ਸ਼ਾਂਤੀ ਰੱਖ,
ਸ਼ਾਂਤੀ ਰੱਖੀ ਆਪਾਂ ਨੇ ਮਹੀਨਾ ਪੂਰਾ। ਜਦੋਂ ਆਪਾਂ ਨੇ ਕਹਿੰਦੇ ਵੀ ਅਸੀਂ ਉਹਦੀ ਰਿਕਾਰਡਿੰਗ ਸੁਣੀ ਉਹਦੇ ਤੇ ਫੋਨ ਤੇ, ਸਾਰੀਆਂ ਰਿਕਾਰਡਿੰਗਾਂ ਫਿਰ ਮੁੰਡੇ ਨੇ ਕਰਕੇ ਤੇ ਉਹ ਸੁਣ ਲੀਆਂ, ਫਿਰ ਅਸੀਂ ਅਲਰਟ ਹੋ ਗਏ। ਅਸੀਂ ਜਦੋਂ ਮਾਤਾ ਜੀ ਤੁਹਾਨੂੰ ਆਡੀਓ ਤੁਸੀਂ ਸੁਣੀ ਹੈ ਹਾਂ, ਤੇ ਤੁਹਾਡੇ ਦਿਲ ਵਿੱਚ ਕੀ ਆਇਆ? ਮੇਰੇ ਦਿਲ 'ਚ ਬਹੁਤ ਆਇਆ ਵੀ ਮੈਂ ਤਾਂ ਕਹਿੰਦੀ ਹਾਂ ਕੋਈ ਮਾਂ-ਬਾਪ ਕਿਸੇ ਬੱਚੇ ਦਾ ਰਿਸ਼ਤਾ ਕਰੇ ਤੇ ਪਹਿਲਾਂ ਸਾਰੀਆਂ ਗੱਲਾਂ ਵੇਖ ਕੇ ਤੇ ਫੇਰ ਕਰੇ। ਮੇਰੇ ਵਾਂਗਨ ਧੋਖਾ ਨਾ ਖਾਵੇ ਕੋਈ, ਜਿਵੇਂ ਮੈਂ ਧੋਖਾ ਖਾ ਲਿਆ। ਇੱਕ ਨੌਕਰੀ ਵੀ ਨੌਕਰੀ ਸਰਕਾਰੀ ਨੌਕਰੀ ਵੀ ਨਹੀਂ ਇਹਦੀ। ਤੁਸੀਂ ਸਰਕਾਰੀ ਨੌਕਰੀ ਵਾਲੀ ਭਾਲ ਰਹੇ ਸੀ? ਵੀ ਨੌਕਰ ਨਹੀਂ ਭਾਲ ਤੇ ਨਹੀਂ ਸੀ ਅਸੀਂ ਰਹੇ, ਪਰ ਆਪਾਂ ਨੇ ਇਹ ਕਿਹਾ ਵੀ ਚਲੋ ਬੱਚਿਆਂ ਦੀ ਲਾਈਫ ਬਣ ਜਾਏਗੀ। ਉਹ ਨੌਕਰੀ ਕਰਦੀ ਹੈ, ਆਪਣਾ ਬਿਜ਼ਨਸ ਕਰਦਾ, ਦੋਵੇਂ ਜਣੇ ਸੈੱਟ ਹੋ ਜਾਣਗੇ। ਨੌਕਰੀ ਇਹਦੀ ਹੈ ਹੀ ਨਹੀਂ, ਪ੍ਰਾਈਵੇਟ ਨੌਕਰੀ ਲੱਗੀ ਹੈ। ਤੇ ਐਵੇਂ ਲੋਕਾਂ ਨੂੰ ਬਹਾਨਾ ਲਾ ਕੇ ਵੀ ਸਰਕਾਰੀ ਨੌਕਰੀ ਹੈ, ਮੈਂ ਇਹ ਕਰਦੀ ਹਾਂ, ਮੈਂ ਉਹ ਕਰਦੀ ਹਾਂ, ਉਹ ਠੱਗ ਲੈਂਦੇ ਨੇ ਲੋਕਾਂ ਨੂੰ। ਬਸ ਤੁਹਾਨੂੰ ਸਰਕਾਰੀ ਨੌਕਰੀ ਤਾਂ ਬੜੀ ਮਹਿੰਗੀ ਪੈ ਗਈ। ਸਰਕਾਰੀ ਵੀ ਕਾਹਦੀ ਠੇਕੇ ਤੇ ਸੀਗੀ, ਬੜੀ ਮਹਿੰਗੀ ਪੈ ਗਈ ਨੌਕਰੀ ਤਾਂ। ਮਹਿੰਗੀ ਪੈ ਗਈ। ਮਹਿੰਗੀ ਜਿਹੜੀ ਹੈ ਇਹ ਹੋਰ ਤੇ ਚਲੋ ਗੱਲਾਂ ਹੋਈਆਂ, ਬੇਇੱਜ਼ਤੀ ਜਿਹੜੀ ਸਾਡੀ ਹੋਈ, ਸਾਡੇ ਮੁੰਡੇ ਦੀ ਵੀ ਬੇਇੱਜ਼ਤੀ ਹੋਈ, ਟੀਵੀਆਂ ਤੇ ਚੜ ਗਿਆ। ਮਤਲਬ ਲਾਈਫ ਤੇ ਖਰਾਬ ਹੋ ਗਈ ਨਾ, ਉਹਦੀ ਮੁੰਡੇ ਦੀ ਲਾਈਫ ਤੇ ਖਰਾਬ ਹੋ ਗਈ ਨਾ, ਇਹਦਾ ਤਾਂ ਕੁਝ ਨਹੀਂ ਗਿਆ ਇਹਨੂੰ ਤੇ। ਲੇਕਿਨ ਹੁਣ ਇਹ ਖਬਰ ਚੱਲਣ ਤੋਂ ਬਾਅਦ ਮੇਰੇ ਖਿਆਲ 'ਚ ਕਈਆਂ ਨੂੰ ਸਬਕ ਮਿਲੇਗਾ ਤੇ ਅਲਰਟ ਰਹਿਣਗੇ ਵੀ ਇਸ ਪਰਿਵਾਰ ਤੋਂ ਬਚ ਕੇ ਰਹਿਣਾ। ਇਸ ਪਰਿਵਾਰ ਤੋਂ ਤੇ ਜਮਾਂ ਹੀ ਬਚ ਕੇ ਰਹੋ ਜੇ। ਸਾਰੀ ਦੁਨੀਆ ਨੂੰ ਕਹਿੰਨੀ ਵੀ ਇਸ ਪਰਿਵਾਰ ਤੋਂ ਬਚ ਕੇ ਰਹੋ ਜੇ। ਇਸ ਕੁੜੀ ਦਾ ਚੰਗੀ ਤਰ੍ਹਾਂ ਚਿਹਰਾ ਵੇਖ ਲਓ, ਕੋਈ ਇਹਦੇ ਨੇੜੇ ਵੀ ਨਾ ਖੜਿਓ ਜੇ। ਇਹ ਜਿੱਥੇ ਮਰਜ਼ੀ ਆਪਣੇ ਆਪ ਨੂੰ ਨੰਗੀ ਕਰ ਲੈਂਦੀ ਹੈ, ਕੱਪੜੇ ਪਾੜ ਕੇ ਜਿੱਥੇ ਮਰਜ਼ੀ ਖਲੋ ਜਾਂਦੀ ਹੈ। ਉਹਨਾਂ ਨਾਲ ਇਵੇਂ ਹੀ ਕੀਤਾ ਜਿੱਥੇ ਪਹਿਲਾਂ ਵਿਆਹ ਕੀਤਾ ਹੈ, ਉੱਥੇ ਉਹਨਾਂ ਦੇ ਘਰ ਦੇ ਵਿੱਚ ਕੱਪੜੇ ਪਾੜ ਕੇ ਨੰਗੀ ਹੋਈ ਹੈ। ਤੇ ਇੱਥੇ ਵੀ ਇਹਨੇ ਇਹ ਕੰਮ ਕਰਨਾ ਸੀ, ਪਰ ਇਹ ਮੌਕਾ ਮਿਲਿਆ ਨਹੀਂ ਇਹਨੂੰ। ਅਸੀਂ ਪਹਿਲਾਂ ਹੀ ਅਲਰਟ ਸੀ, ਸਾਰਾ ਕੁਝ ਅਸੀਂ ਐਸਐਸਪੀ ਨੂੰ ਦਰਖਾਸਤ ਦੇ ਦਿੱਤੀ, ਸਾਰਾ ਕੁਝ ਕਰ ਲਿਆ, ਤਾਂ ਬਚ ਗਏ। ਨਹੀਂ ਤੇ ਇੱਥੇ ਵੀ ਮਾਂ ਕਹਿੰਦੀ, ਪਿਓ ਕਹਿੰਦਾ ਬਾਹਰ ਨਿਕਲ ਕੇ ਰੌਲਾ ਪਾ, ਮਹੱਲੇ ਵਿੱਚ ਬਾਹਰ ਨਿਕਲ ਕੇ ਰੌਲਾ ਪਾ। ਜਿਹੜੇ ਸਾਡੇ ਘਰ ਕੈਮਰੇ ਲੱਗੇ ਨੇ ਉਹਦੇ ਵਿੱਚ ਵੀਡੀਓ ਬਣੀ ਇਹਨਾਂ ਦੀ, ਬਾਹਰ ਨਿਕਲ ਕੇ ਰੌਲਾ ਪਾ, ਬਾਹਰ ਨਿਕਲ ਕੇ ਰੌਲਾ। ਸੀਸੀਟੀਵੀ ਕੈਮਰੇ ਨੇ ਤੁਹਾਨੂੰ ਬਚਾ ਲਿਆ? ਬਚਾ ਲਿਆ ਸਾਨੂੰ, ਕੈਮਰੇ ਨੇ ਵੀ ਬਚਾ ਲਿਆ, ਤੇ ਸਾਡੇ ਆਪਣੇ ਆਪ ਥੋੜਾ ਜਿਹਾ ਦਿਮਾਗ ਨੇ ਵੀ ਸਾਨੂੰ ਬਚਾ ਲਿਆ। ਵਰਨਾ ਇਹਨਾਂ ਨੇ ਤੇ ਸਾਡੇ ਉੱਤੇ ਵੀ ਸਾਰੇ ਟੱਬਰ ਦੇ ਪਰਚੇ ਕਟਾਣੇ ਹੀ ਕਟਾਣੇ ਸੀ। ਬਿਲਕੁਲ। ਜਿਹੜਾ ਇਹਨਾਂ ਦਾ ਚਾਲਾ ਸੀ, ਜਿਹੜਾ ਇਹਨਾਂ ਦਾ ਹਿਸਾਬ ਕਿਤਾਬ ਸੀ ਇਸ ਕੁੜੀ ਦਾ, ਮਤਲਬ ਘਰ 'ਚ ਜਿਵੇਂ ਉਹ ਡਾਕੂ ਨਹੀਂ ਹੁੰਦੇ ਇਵੇਂ ਫਿਰਦੀ ਸੀ। ਜਿਵੇਂ ਖਾ ਲੈਣਾ, ਮੈਂ ਹਰ ਬੰਦੇ ਨੂੰ ਖਾ ਲੈਣਾ, ਬੋਲੇ ਤੇ ਸਹੀ ਕੋਈ, ਦੇ ਮੈਨੂੰ ਗਹਿਣਾ। ਅਫੀਮ ਦੀ ਗੱਲ ਹੋਈ ਹੈ ਵਿੱਚ ਫੋਨ ਦੇ ਵਿੱਚ, ਤੁਹਾਨੂੰ ਕਦੇ ਮਹਿਸੂਸ ਨਹੀਂ ਹੋਇਆ ਵੀ ਦੇਖ ਕੇ, ਅੱਖਾਂ ਦੇਖ ਕੇ ਜਾਂ ਹਰਕਤਾਂ ਦੇਖ ਕੇ ਵੀ ਹਾਂ ਫੀਮ ਜਿਹੜੀ ਫੀਮ ਖਾਂਦੀ ਹੈ, ਹਰਕਤਾਂ ਵੇਖ ਕੇ ਸਾਨੂੰ ਬਾਅਦ 'ਚ ਤੇ ਪਹਿਲਾਂ ਤਾਂ ਨਹੀਂ ਪਤਾ ਵੀ ਇਦਾਂ ਕਰਦੀ ਹੈ, ਪਰ ਇਹ ਵਿਆਹ ਦੇ ਵਿੱਚ ਵੀ ਇਹਨੇ ਉਹ ਨਾਚ ਕੀਤਾ, ਖਾਧੀ ਹੋਏਗੀ ਫੀਮ ਤੇ ਨਾਚ ਕਰਦੀ ਰਹੀ। ਉਹ ਬਾਅਦ ਤੁਹਾਨੂੰ ਸਮਝ ਆਈ ਹੈ? ਸਮਝ ਆਈ ਵੀ ਸਾਨੂੰ। ਚਾਹ ਵੀ ਫਿਰ ਕਹਿੰਦੀ ਮੈਨੂੰ ਉੱਥੇ 27 ਸੈਕਟਰ ਕੋਈ ਹੈਗਾ ਚਾਹ ਵਾਲਾ, ਉੱਥੇ ਬਹਿ ਕੇ ਦੋਵੇਂ ਜਣੇ ਚਾਹ ਪੀਂਦੇ ਨੇ। ਉਹ ਕਹਿੰਦਾ ਤੂੰ ਕਹਿੰਦੀ ਗੋਲੀ ਬਣਾ ਲਿਆ, ਉੱਥੇ ਆ ਜਾ 27 ਸੈਕਟਰ ਤੇ ਉੱਥੇ ਬਹਿ ਕੇ ਤੇ ਨਾਲੇ ਚਾਹ ਵੀ ਪੀਂਦੇ ਆ, ਤੇ ਨਾਲੇ ਇੱਥੇ ਘਰ ਵੀ ਸਾਰੇ ਸਾਡੇ ਜੀ ਨਹੀਂ ਚਾਹ ਪੀਂਦੇ ਜ਼ਿਆਦੀ ਪਾਣੀ ਵਾਲੀ। ਤੇ ਉਹ ਇਹ ਕਹਿੰਦੀ ਹੁੰਦੀ ਮੈਨੂੰ ਤੇ ਪਾਈਆ ਪੱਤੀ ਚਾਹੀਦੀ ਇੱਕ ਵਾਰੀ 'ਚ, ਮਤਲਬ ਚਾਹ ਬਣਾਉਣੀ ਤੇ ਮੈਨੂੰ ਚੰਗੀ ਮੋਟੀ ਪੱਤੀ ਚਾਹ ਬਣਾ ਕੇ ਤੇ ਮੈਂ ਪੀਣੀ। ਤੇ ਅਸੀਂ ਸੋਚਦੇ ਹੀ ਪਤਾ ਨਹੀਂ ਖਰੀ ਇਹਦੀ ਆਦਤ ਹੀ ਇਦਾਂ ਦੀ ਹੈ, ਤੇ ਸਾਨੂੰ ਕੀ ਪਤਾ ਹੀ ਇਹ ਫੀਮ ਖਾਂਦੀ ਹੈ ਤੇ ਇਹਦੀ ਆਦਤ ਤਾਂ ਇਵੇਂ ਦੀ ਹੈ। ਹਾਂ, ਕੋਈ ਕਹਿ ਲੋਕਾਂ ਦੀਆਂ ਨੂੰਹਾਂ ਹੁੰਦੀਆਂ ਨੇ ਵੀ ਜੋ ਮੇਰੀ ਨੂੰਹ ਰੋਟੀ ਜ਼ਿਆਦਾ ਖਾਂਦੀ ਹੈ, ਮੇਰੀ ਨੂੰਹ ਦੁੱਧ ਜ਼ਿਆਦਾ ਪੀਂਦੀ ਹੈ। ਹੁਣ ਤੁਸੀਂ ਵੀ ਹੁਣ ਕਿਸੇ ਨੂੰ ਕੀ ਕਹੋਗੇ ਮੇਰੀ ਨੂੰਹ ਫੀਮ ਜ਼ਿਆਦਾ ਖਾਂਦੀ ਹੈ? ਫੀਮ ਜ਼ਿਆਦਾ ਖਾਂਦੀ, ਮੈਂ ਤਾਂ ਇਹੀ ਕਹਿੰਦੀ ਫੀਮ ਜ਼ਿਆਦਾ ਖਾਂਦੀ ਹੈ, ਤਾਂ ਹੀ ਇਵੇਂ ਦੀ ਚਾਹ ਪੀਂਦੀ, ਸਾਰਾ ਕੁਝ ਕਰਦੀ। ਮੁੰਡੇ ਨੂੰ ਮਾਰਨੀਆਂ, ਲੱਤਾਂ ਮਾਰ ਕੇ ਮੁੰਡੇ ਨੂੰ ਸੁੱਟਣਾ। ਕਿਹੜੀ ਜਨਾਨੀ ਹੈ ਜਿਹੜੀ ਆਦਮੀ ਨੂੰ ਲੱਤਾਂ ਮਾਰੇਗੀ? ਜਿੱਥੇ ਰਹਿਣਾ, ਜਿਨ੍ਹਾਂ ਧੀਆਂ ਨੇ ਵਸਣਾ ਉਹ ਇਵੇਂ ਦੇ ਕੰਮ ਨਹੀਂ ਕਰਦੀਆਂ। ਇਹਨੇ ਵਸਣਾ ਨਹੀਂ, ਇਹਨੂੰ ਪਤਾ ਹੀ ਮੈਂ ਇਹਨਾਂ ਨੂੰ ਕੁੱਟ ਕੇ ਲੁੱਟਣਾ। ਤੇ ਜੇ ਮੈਂ ਬੋਲਾਂਗੀ ਤੇ ਅੱਗੋਂ ਬੋਲਣਗੇ ਤੇ ਲੜਾਈ ਹੋਏਗੀ, ਤੇ ਸਭ ਚਲੋ ਜੀ ਮੇਰਾ ਕੋਈ ਨਾ ਕੋਈ ਬਹਾਨਾ ਬਣ ਜਾਏਗਾ, ਮੈਂ ਕੇਸ ਪਵਾਵਾਂਗੀ, ਮੁੰਡਿਆਂ ਤੇ ਪਵਾਵਾਂਗੀ। ਮੁੰਡੇ ਤੇ ਚਲੋ ਰੱਬ ਵੱਲੋਂ ਘਰ ਹੀ ਨਹੀਂ ਸੀ ਉਦਣ। ਮਾਤਾ ਜੀ ਤੁਹਾਡੇ ਕੋਲੋਂ ਗਹਿਣੇ ਗੁਣੇ ਨਹੀਂ ਮੰਗੇ? ਬਹੁਤ ਵਾਰੀ ਗਹਿਣੇ ਦੇ, ਮੈਨੂੰ ਗਹਿਣੇ ਦੇ। ਜਦੋਂ ਸਾਨੂੰ ਪਤਾ ਹੀ ਪਹਿਲਾਂ ਲੱਗ ਗਿਆ ਤੈਨੂੰ ਗਹਿਣੇ ਜਿਹੜੇ ਇਹਨੇ ਪਾਏ ਉਹ ਵੀ ਸਾਡੇ 'ਚ 4 ਲੱਖ ਤੋਂ ਥੱਲੇ ਨਹੀਂ ਹੈ, ਜਿਹੜੇ ਇਹਨੇ ਗਹਿਣਾ ਪਾ ਕੇ ਚਲ ਗਈ ਸਾਡਾ, ਵੀ ਉਹ ਕਿਵੇਂ ਲਵਾਉਂਦੇ ਇਹਦੇ ਕੋਲੋਂ, ਲਵਾਉਂਦੇ ਤੇ ਲੜਾਈ ਹੁੰਦੀ। ਹਾਂ, ਗਹਿਣੇ ਸਾਰੇ ਲੈ ਗਈ ਹੈ, ਆਪਣੇ ਜਿਹੜੇ ਪੇਕਿਆਂ ਵਾਲੇ ਨੇ ਉਹ ਵੀ ਲੈ ਗਈ। ਮਾਤਾ ਜੀ ਦੇ ਚਾਅ ਸਾਰੇ ਜਿਹੜੇ ਸੀਗੇ ਬੇਟੇ ਦੇ ਵਿਆਹ ਦੇ, ਉਹਦਾ ਮੈਂ ਕਹਾਂਗਾ ਮਿੱਟੀ ਵਿੱਚ ਹੀ ਰੁਲ ਗਏ। ਤੇ ਨੌਜਵਾਨ ਜਿਹੜਾ ਕਹਿੰਦੇ ਸੀ, ਮੈਂ ਕਹਾਂਗਾ ਸਤਨਾਮ ਜੀ ਨੂੰ ਮਾੜਾ ਜਿਹਾ ਤੁਸੀਂ ਇੱਥੇ ਨੂੰ ਆਓ, ਤੁਸੀਂ ਬੈਠੇ ਰਹੋ ਕੋਈ ਨਾ। ਚਲੋ, ਤੁਸੀਂ ਕਹਿੰਦੇ ਸੀ ਵੀ ਨੌਕਰੀ ਵਾਲੀ ਤੁਹਾਨੂੰ ਕੁੜੀ ਚਾਹੀਦੀ ਹੈ, ਤੇ ਵਿਆਹ ਵੀ ਚਲੋ ਤੁਸੀਂ ਕਰਵਾਇਆ, ਰੱਬ ਦੇ ਸੁੱਖ ਨਾਲ ਵਿਆਹ ਹੋਇਆ। ਤੇ ਤੁਸੀਂ ਹੁਣ ਕਿਸੇ ਨੂੰ ਇਹ ਸਲਾਹ ਦਿਓਗੇ ਕਿ ਹਾਂ ਵਿਆਹ ਕਰਵਾਓ, ਲੇਕਿਨ ਦੇਖ ਪਰਖ ਕੇ, ਨੌਕਰੀ ਹੋਵੇ ਚਾਹੇ ਨਾ ਹੋਵੇ, ਉਹ ਉੱਥੇ ਨੂੰ ਦੇਖ ਕੇ? ਮੈਂ ਤਾਂ ਇਹੀ ਕਹਾਂਗਾ ਕਿ ਵੀ ਵਿਆਹ ਤੋਂ ਪਹਿਲਾਂ ਦੇਖੋ, ਲਾਈਫ ਦਾ ਇੱਕ ਸਭ ਤੋਂ ਵੱਡਾ ਮਤਲਬ ਡਿਸੀਜ਼ਨ ਹੁੰਦਾ ਹੈ। ਇਸ ਔਰਤ ਨੇ ਇੱਕ ਪਵਿੱਤਰ ਰਿਸ਼ਤੇ ਨੂੰ ਤਾਰ-ਤਾਰ ਕੀਤਾ ਹੈ, ਔਰ ਮੈਂ ਇਹੀ ਕਹਾਂਗਾ ਕਿ ਵਿਆਹ ਤੋਂ ਪਹਿਲਾਂ ਸਾਰੀ ਇਨਵੈਸਟੀਗੇਸ਼ਨ ਕੀਤੀ ਜਾਵੇ, ਕਿ ਪਤਾ ਲੱਗੇ ਕਿ ਵੀ ਕੋਈ ਇਹਨਾਂ ਦਾ ਪ੍ਰੀਵੀਅਸਲੀ ਕੋਈ ਰਿਕਾਰਡ ਨਹੀਂ ਹੈਗਾ, ਕਿ ਜੇ ਪਤਾ ਲੱਗੇ ਔਰ ਨਾਲੇ ਪੂਰੇ ਪਰਖ ਕੇ ਫਿਰ ਵਿਆਹ ਕਰਾਇਆ ਜਾਵੇ। ਨਹੀਂ ਤਾਂ ਇਹੀ ਇੱਕ ਰਾਸਤਾ ਹੈਗਾ
ਆਪਣਾ ਦਹੇਜ ਦਾ, ਮਾਰ ਕੁੱਟ ਦਾ, ਇਸ ਤੋਂ ਸਿਵਾ ਹੋਰ ਕੁੜੀਆਂ ਕੁਝ ਨਹੀਂ ਕਰਦੀਆਂ। ਮੈਂ ਤਾਂ ਇਹੀ ਕਹਾਂਗਾ ਕਿ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਉਹ ਇਸ ਦੇ ਵੀ ਲੋੜ ਨਿਕਾਲੇ ਤਾਂ ਕਿ ਮੁੰਡਿਆਂ ਦੇ ਲਈ ਵੀ ਕੋਈ ਹੈਲਪ ਹੋ ਸਕੇ। ਨਹੀਂ ਤਾਂ ਲੋਕ ਸਾਰੀ ਕੁੜੀਆਂ ਕੋਲ ਇੱਕੋ ਹੀ ਜਵਾਬ ਹੈ ਕਿ ਵੀ ਦਹੇਜ ਤੇ ਮਾਰ ਕਟਾਈ, ਇਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ। ਮੈਨੂੰ ਰੱਬ ਨੇ ਸਭ ਕੁਝ ਦਿੱਤਾ ਹੈ, ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਔਰ ਨਾ ਹੀ ਮੈਂ ਕੋਈ ਚੀਜ਼ ਮੰਗੀ ਹੈ। ਜੇ ਉਹਦੀ ਵੀ ਆਡੀਓ ਵੀਡੀਓ ਚਾਹੀਦੀ ਹੈ ਉਹ ਵੀ ਮੈਂ ਤੁਹਾਨੂੰ ਦੇ ਦਾਂਗਾ ਕਿ ਵੀ ਜਿਹਦੇ ਵਿੱਚ ਇਹਨਾਂ ਨੇ ਸਾਫ਼ ਬੋਲਿਆ ਕਿ ਤੁਸੀਂ ਸਾਡੇ ਤੋਂ ਕੋਈ ਮੰਗ ਨਹੀਂ ਕੀਤੀ ਔਰ ਮੈਨੂੰ ਇੱਕ ਚੀਜ਼ ਵੀ, ਮੈਂ ਕੋਈ ਚੀਜ਼ ਇਹਨਾਂ ਤੋਂ ਮੰਗੀ ਨਹੀਂ ਹੈਗੀ ਔਰ ਨਾ ਮੈਨੂੰ ਕੋਈ ਚੀਜ਼ ਚਾਹੀਦੀ ਸੀ, ਕਿਉਂਕਿ ਮੇਰੇ ਰੱਬ ਨੇ ਮੈਨੂੰ ਸਭ ਕੁਝ ਦਿੱਤਾ ਹੋਇਆ। ਤੇ ਮੈਂ ਤੇ ਹੁਣ ਵੋਟੀ ਚਾਹੀਦੀ ਹੈ ਨਵੀਂ? ਨਹੀਂ ਜੀ, ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਹੁਣ, ਮੈਂ ਤਾਂ ਵਿਆਹ ਨਹੀਂ ਕਰਾਉਣਾ ਕਿਉਂਕਿ ਇਹ ਚੀਜ਼ਾਂ ਦੇਖ ਕੇ ਮਨ ਹੀ ਉੱਠ ਗਿਆ ਜੀ। ਹੁਣ ਸਮਝ ਨਹੀਂ ਆਉਂਦਾ ਕਿ ਇਹਨਾਂ ਨੂੰ ਜਿਹੜਾ 8 ਨਵੰਬਰ 2020 ਨੂੰ ਵਿਆਹ ਹੋਇਆ ਉਹਦੀਆਂ ਵਧਾਈਆਂ ਦਈਏ ਜਾਂ ਫਿਰ ਇਸ ਗੱਲ ਦੀ ਤਸੱਲੀ ਦਈਏ ਲਓ ਚੰਗਾ ਹੋਇਆ ਤੁਸੀਂ ਲੁੱਟ ਹੋਣ ਤੋਂ ਬਚ ਗਏ। ਪਰ ਵੱਡਾ ਸਵਾਲ ਇਹ ਹੈ ਕਿ ਅਜਿਹੀਆਂ ਕੁੜੀਆਂ ਨੂੰ ਜਾਂ ਅਜਿਹੇ ਗਿਰੋਹ ਨੂੰ ਜੋ ਕੰਮ ਕਰ ਰਿਹਾ ਹੈ, ਚਾਹੇ ਉਸ ਕੁੜੀ ਦੀ ਮਾਂ ਹੋਵੇ, ਉਸ ਕੁੜੀ ਦਾ ਪਿਓ ਹੋਵੇ, ਚਾਹੇ ਕੁੜੀ ਦਾ ਮੂੰਹ ਬੋਲਾ ਮਾਮਾ ਹੋਵੇ, ਜੋ ਆਪਣੀ ਭਾਂਜੀ ਦੇ ਨਾਲ, ਮੂੰਹ ਬੋਲੀ ਭਾਂਜੀ ਦੇ ਨਾਲ, ਕਹਿੰਦੇ ਨੇ ਕਿ ਮਾਂ ਇੱਕ ਵਾਰ ਮਾਂ ਹੁੰਦਾ ਹੈ ਅੱਖਰ, ਪਰ ਮਾਮੇ ਦੇ ਵਿੱਚ 2 ਵਾਰ ਮਾਂ ਹੁੰਦਾ ਹੈ। ਪਰ ਉਸ ਮਾਮੇ ਨੇ ਜੋ ਕਰਤੂਤ ਕੀਤੀ ਹੈ ਉਹ ਬਿਆਨ ਕਰਨੀ ਵੀ ਬੜੀ ਔਖੀ ਹੈ, ਪਰ ਸਾਨੂੰ ਕਰਨੀ ਪੈ ਰਹੀ ਹੈ ਕਿਉਂਕਿ ਸਾਡਾ ਕੰਮ ਹੈ ਤੇ ਤੁਹਾਨੂੰ ਅਲਰਟ ਕਰਨ ਦੇ ਲਈ, ਤਾਂ ਜੋ ਹੋਰ ਕੋਈ ਵੀ ਸਮਾਜ ਦੇ ਵਿੱਚ ਇਹਨਾਂ ਦਾ ਸ਼ਿਕਾਰ ਨਾ ਬਣੇ। ਪਰ ਕੀ ਇਹਨਾਂ ਦੇ ਖਿਲਾਫ ਬਣਦੀ ਕਾਰਵਾਈ ਹੋਵੇਗੀ ਕਿ ਜੋ ਪਹਿਲਾਂ ਇਹਨਾਂ ਦੇ ਸ਼ਿਕਾਰ ਬਣ ਚੁੱਕੇ ਨੇ ਉਹਨਾਂ ਤੱਕ ਪਹੁੰਚ ਕਰਕੇ ਪੁਲਿਸ ਉਹਨਾਂ ਨੂੰ ਵੀ ਇਨਸਾਫ ਦਿਵਾਏਗੀ ਜਾਂ ਫਿਰ ਨਹੀਂ, ਜਾਂ ਫਿਰ ਜਿਵੇਂ ਗੁੰਡੇ ਭੇਜ ਕੇ ਇਹ ਪਹਿਲਾਂ ਇਹਨਾਂ ਦੇ ਹਮਲਾ ਕਰਵਾਉਂਦੇ ਨੇ ਤੇ ਹੁਣ ਕੋਸ਼ਿਸ਼ ਹੈ ਮਾਮਲੇ ਨੂੰ ਦਬਾਉਣ ਦੀ, ਇਹ ਮਾਮਲਾ ਦਬਾ ਦਿੱਤਾ ਜਾਵੇਗਾ। ਪਰ ਇਨਸਾਫ ਮਿਲਣਾ ਚਾਹੀਦਾ ਹੈ ਪੀੜਤ ਨੂੰ, ਉਹ ਪੀੜਤ ਚਾਹੇ ਕੁੜੀ ਹੋਵੇ ਚਾਹੇ ਮੁੰਡਾ। ਇਸ ਮਾਮਲੇ ਵਿੱਚ ਪੀੜਤ ਇਹ ਮੁੰਡਾ ਹੈ ਕਿਉਂਕਿ ਆਮ ਤੌਰ ਤੇ ਵਿਆਹ ਤੋਂ ਬਾਅਦ ਜਿਹੜੇ ਮਾਮਲੇ ਹੁੰਦੇ ਨੇ ਕੁੜੀਆਂ ਆਪਣੇ ਆਪ ਨੂੰ ਪੀੜਤ ਦਰਸਾਉਂਦੀਆਂ ਨੇ, ਕਈ ਮਾਮਲੇ ਹੁੰਦੇ ਵੀ ਨੇ, ਪਰ ਇਹ ਮਾਮਲਾ ਸਿੱਧੇ ਤੇ ਸਾਫ਼ ਤੌਰ ਤੇ ਕਹਿੰਦਾ ਹੈ ਕਿ ਇਸ ਮੁੰਡੇ ਦੇ ਨਾਲ ਧੱਕਾ ਹੋਇਆ ਹੈ ਜਿਸ ਨੇ ਵਿਆਹ ਕਰਵਾਇਆ। ਮਹਿੰਦੀ ਦਾ ਰੰਗ ਵੀ ਹਲੇ ਉਤਰਿਆ ਨਹੀਂ। ਮੈਂ ਕੈਮਰਾ ਪਰਸਨ ਨੂੰ ਕਹਾਂਗਾ ਇੱਕ ਵਾਰ ਜ਼ਰੂਰ ਜ਼ੂਮ ਕਰਕੇ ਦਿਖਾਵੇ, ਹੱਥਾਂ ਦੇ ਉੱਤੇ ਹਲੇ ਮਹਿੰਦੀ ਦਾ ਰੰਗ ਵੀ ਨਹੀਂ ਉਤਰਿਆ ਤੇ ਇਹਨਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੀ ਪਤਨੀ ਦੇ ਨਜਾਇਜ਼ ਸੰਬੰਧ ਆਪਣੇ ਮਾਮੇ ਦੇ ਨਾਲ ਨੇ। ਇਹਨਾਂ ਦੇ ਦਿਲ ਤੇ ਕੀ ਬੀਤ ਰਹੀ ਹੋਵੇਗੀ, ਪਰ ਸਕੂਨ ਵੀ ਹੋਣਾ ਹੈ ਕਿ ਚੰਗਾ ਹੋਇਆ ਮੈਂ ਸਮੇਂ ਰਹਿੰਦੇ ਹੀ ਬਚ ਗਿਆ, ਕਿਤੇ ਮੇਰੇ ਗਲ ਕੋਈ ਹੋਰ ਬਲਾ ਨਹੀਂ ਪੈ ਗਈ। ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਗਿਰੋਹ ਨੂੰ ਸਾਰੇ ਜਣੇ ਚੰਗੀ ਤਰ੍ਹਾਂ ਦੇਖਣ ਤੇ ਇਹਨਾਂ ਤੋਂ ਸਾਵਧਾਨ ਵੀ ਜ਼ਰੂਰ ਰਹਿਣ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਮੋਹਾਲੀ।